सत श्री अकाल, नमस्कार, आदाब। मैं हां भुलिंदर सिंह विरमानी। प्रोग्राम नजरिया लेके एक बार फिर तुहाडे सब दे रूबरू। की तुहाडी नौकरी खतरे विच है, ਜਾਂ ਕੀ ਤੁਹਾਡੀ ਨੌਕਰੀ ਤੁਹਾਡੇ ਹੱਥਾਂ ਵਿੱਚ ਨਹੀਂ ਰਹੀ, ਜਾਂ ਕੀ ਤੁਹਾਡਾ ਬਿਜ਼ਨਸ ਲੋਕਡਾਊਨ ਦੇ ਚਲਦਿਆਂ ਡਾਵਾਡੋਲ ਹੋ ਚੁੱਕਾ ਹੈ। ਅਜੇ ਵਿੱਚ ਤੁਹਾਡਾ ਚਿੰਤਾ ਵਿੱਚ ਪੈਣਾ ਸੁਭਾਵਕ ਹੈ, ਪਰ ਕੀ ਕੋਈ ਅਜਿਹਾ ਰਾਹ, ਅਜਿਹਾ ਕੋਈ ਚਾਰਾ ਹੋ ਸਕਦਾ ਹੈ ਜਿਸ ਦੇ ਚਲਦਿਆਂ ਤੁਹਾਡੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਜਾਣ। ਕੀ ਤੁਸੀਂ ਕਦੇ ਸੋਚਿਆ ਕਿ ਤੁਹਾਡੇ ਤੋਂ ਇਲਾਵਾ ਹਜ਼ਾਰਾਂ ਲੱਖਾਂ ਲੋਕ ਅਜਿਹੇ ਨੇ ਜਿਨ੍ਹਾਂ ਨੂੰ ਲੋਕਡਾਊਨ ਵਿੱਚ ਪੈਸੇ ਲਈ ਮੁਹਤਾਜ ਹੋਣਾ ਪੈ ਰਿਹਾ ਹੈ। ਲੋਕ ਸਿਰਫ ਆਪਣੇ ਬਾਰੇ ਕਿਉਂ ਸੋਚਦੇ ਨੇ, ਕਿਉਂ ਉਹ ਭੁੱਲ ਜਾਂਦੇ ਨੇ ਕਿ ਲੋਕਡਾਊਨ ਸਿਰਫ ਉਹਨਾਂ ਲਈ ਪਹਾੜ ਬਣ ਕੇ ਨਹੀਂ ਆਇਆ, ਬਲਕਿ ਪੂਰੀ ਦੁਨੀਆ ਇਸ ਦਾ ਸਾਹਮਣਾ ਕਰਨ ਲਈ ਇਸ ਸਮੇਂ ਮਜਬੂਰ ਹੋ ਰਹੀ ਹੈ। ਦੁਕਾਨਦਾਰਾਂ ਨੂੰ ਗਾਹਕਾਂ ਦੀ ਉਡੀਕ ਹੈ, ਤਾਂ ਕੰਪਨੀਆਂ ਨੂੰ ਕਲਾਇੰਟਸ ਦੀ, ਮੀਡੀਆ ਨੂੰ ਐਡਵਰਟਾਈਜ਼ਰਸ ਦੀ ਜ਼ਰੂਰਤ ਹੈ, ਤਾਂ ਫਿਰ ਵੱਡੇ ਪ੍ਰੋਗਰਾਮਾਂ ਨੂੰ ਸਪਾਂਸਰਸ ਦੀ। ਵੱਡੇ ਮਾਲਸ ਵੀ ਅੱਜ ਖਾਲੀ ਪਏ ਨੇ, ਸੇਲਸਮੈਨ ਅੱਜ ਘਰ ਬੈਠਣ ਲਈ ਮਜਬੂਰ ਨੇ। ਆਈਟੀ ਵਰਕਰਸ ਨੂੰ ਵੀ ਅੱਜ ਪਹਿਲਾਂ ਵਾਂਗ ਪ੍ਰੋਜੈਕਟ ਨਸੀਬ ਨਹੀਂ ਹੋ ਪਾ ਰਹੇ। ਟੈਕਸੀ ਵਿੱਚ ਵੀ ਲੋਕ ਅੱਜ ਬੈਠਣ ਤੋਂ ਗੁਰੇਜ਼ ਕਰ ਰਹੇ ਨੇ ਜਾਂ ਫਿਰ ਘਬਰਾ ਰਹੇ ਨੇ। ਇੱਥੋਂ ਤੱਕ ਕਿ ਹਵਾਈ ਸੇਵਾਵਾਂ, ਹਵਾਈ ਜਹਾਜ਼, ਟ੍ਰੇਨ, ਮੈਟਰੋਸ, ਬੱਸ ਸਰਵਿਸ ਕਈ ਥਾਵਾਂ ਤੇ ਹਾਲਾਂ ਵੀ ਬੰਦ ਹੀ ਹੈ। ਅਜਿਹੇ ਵਿੱਚ ਕੁਝ ਲੋਕਾਂ ਵੱਲੋਂ ਫਿਰ ਵੀ ਮਿਹਨਤ ਆਪਣੇ ਲਈ ਅਤੇ ਫਿਰ ਆਪਣਿਆਂ ਲਈ ਲਗਾਤਾਰ ਕੀਤੀ ਜਾ ਰਹੀ ਹੈ, ਤਾਂ ਜੋ ਲੋਕਾਂ ਨੂੰ ਕੁਝ ਤਰਵਾਸ ਦਿੱਤੀ ਜਾ ਸਕੇ, ਉਹਨਾਂ ਦਾ ਹੌਸਲਾ ਵਧਾਇਆ ਜਾ ਸਕੇ। ਇਹਨਾਂ ਵਿੱਚੋਂ ਹੀ ਕੁਝ ਲੋਕ ਅਜਿਹੇ ਵੀ ਸ਼ਾਮਲ ਨੇ ਜੋ ਹੋਰਨਾਂ ਲੋਕਾਂ ਨੂੰ ਲਗਾਤਾਰ ਹੌਸਲਾ ਦੇ ਰਹੇ ਨੇ, ਤਾਂ ਜੋ ਉਹ ਜ਼ਿੰਦਗੀ ਅੱਗੇ ਹਾਰ ਨਾ ਮੰਨ ਲੈਣ। ਅਜਿਹੇ ਵਿੱਚ ਕੁਝ ਸਮਾਂ ਪਹਿਲਾਂ ਇੱਕ ਅਜਿਹੀ ਸੁਸਾਇਟੀ ਦਾ ਗਠਨ ਕੀਤਾ ਗਿਆ ਜੋ ਲੋਕਾਂ ਨੂੰ ਉਹਨਾਂ ਦੇ ਕੰਮ ਵਿੱਚ ਮੁੜ ਸੁਰਜੀਤ ਕਰਨ ਲਈ ਉਹਨਾਂ ਦੀ ਮਦਦ ਕਰਦੀ ਵਿਖਾਈ ਦੇ ਰਹੀ ਹੈ, ਅਤੇ ਫਿਰ ਇਸ ਸੁਸਾਇਟੀ ਦਾ ਨਾਮ ਹੈ ਵਰਲਡ ਸਿੱਖ ਚੈਂਬਰ ਆਫ ਕਾਮਰਸ। ਜੀ ਹਾਂ, ਜਿਸ ਦੇ ਨੁਮਾਇੰਦੇ ਅੱਜ ਮੇਰੇ ਨਾਲ ਪ੍ਰੋਗਰਾਮ ਨਜ਼ਰੀਆ ਵਿੱਚ ਮੌਜੂਦ ਨੇ ਅਤੇ ਆਪਣਾ ਨਜ਼ਰੀਆ ਪੇਸ਼ ਕਰਨਗੇ ਪੈਂਡੈਮਿਕ ਦੇ ਉੱਤੇ ਅਤੇ ਆਪਣੀ ਸੁਸਾਇਟੀ ਦੇ ਲਈ। ਸੋ ਬਹੁਤ ਸਵਾਗਤ ਕਰਾਂਗਾ। ਅੱਜ ਮੇਰੇ ਨਾਲ ਚਾਰ ਵੱਖ ਮਹਿਮਾਨ ਮੌਜੂਦ ਨੇ, ਇੱਕ ਕਰਕੇ ਉਹਨਾਂ ਦਾ ਤਾਰਫ ਸਭ ਤੋਂ ਪਹਿਲਾਂ ਤੁਹਾਡੇ ਨਾਲ ਕਰਾਵਾਂਗਾ। ਸੋ ਸਭ ਤੋਂ ਪਹਿਲਾਂ ਤਾਂ ਮੇਰੇ ਨਾਲ ਜੁੜੇ ਹੋਏ ਨੇ ਵਰਲਡ ਸਿੱਖ ਚੈਂਬਰ ਆਫ ਕਾਮਰਸ ਦੇ ਪ੍ਰੈਜ਼ੀਡੈਂਟ ਡਾਕਟਰ ਪਰਮੀਤ ਸਿੰਘ ਚੱਡਾ ਜੀ। ਚੱਡਾ ਸਾਹਿਬ, ਬਹੁਤ ਸਵਾਗਤ ਹੈ ਤੁਹਾਡਾ ਇਸ ਪ੍ਰੋਗਰਾਮ ਵਿੱਚ। ਇਸ ਤੋਂ ਇਲਾਵਾ ਮੇਰੇ ਨਾਲ ਇਸੇ ਸੁਸਾਇਟੀ ਦੇ ਮੈਂਬਰ ਅਤੇ ਕੋ-ਫਾਊਂਡਰ ਬਿਯੋਂਡ ਆਊਟਸੋਰਸਿੰਗ ਮਿਲਵਾਕੀ ਵਿਸਕੌਨਸਨ ਤੋਂ ਸਾਡੇ ਨਾਲ ਜੁੜੇ ਹੋਏ ਨੇ ਮਨਦੀਪ ਕੌਰ ਜੀ। ਮਨਦੀਪ ਜੀ, ਤੁਹਾਡਾ ਵੀ ਬਹੁਤ ਸਵਾਗਤ। ਇਸ ਤੋਂ ਇਲਾਵਾ ਜਸਮੀਤ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ, ਯੂਥ ਸਕਸੈਸ ਮੈਂਟੋਰ ਨੇ, ਜੋ ਕਿ ਐਜੂਕੇਟਰ ਵੀ ਨੇ, ਕਾਉਂਸਲਰ ਵੀ ਨੇ ਅਤੇ ਫਿਰ ਇੰਪਲੋਏਬਿਲਿਟੀ ਐਕਸਪਰਟ ਵੀ ਨੇ। ਸੋ ਜਸਮੀਤ ਜੀ, ਤੁਹਾਡਾ ਵੀ ਬਹੁਤ ਸਵਾਗਤ। ਅਤੇ ਨਾਲ ਹੀ ਸਾਡੇ ਨਾਲ ਜੁੜੇ ਹੋਏ ਨੇ ਆਥਰ ਸ਼ਾਰੀ ਜੀ, ਜੋ ਕਿ ਪਬਲਿਕ ਸਪੀਕਿੰਗ ਕੋਚ ਨੇ ਅਤੇ ਫਿਰ ਵਰਲਡ ਸਿੱਖ ਚੈਂਬਰ ਆਫ ਕਾਮਰਸ ਦੇ ਵਾਈਸ ਪ੍ਰੈਜ਼ੀਡੈਂਟ ਵੀ ਨੇ। ਸੋ ਚਾਰਾਂ ਹੀ ਖਾਸ ਮਹਿਮਾਨਾਂ ਦਾ ਬਹੁਤ ਸਵਾਗਤ ਮੈਂ ਕਰਦਾ ਇਸ ਪ੍ਰੋਗਰਾਮ ਨਜ਼ਰੀਆ ਵਿੱਚ। ਅਤੇ ਹੁਣ ਇੱਕ ਕਰਕੇ ਤੁਹਾਡਾ ਮੈਂ ਨਜ਼ਰੀਆ ਜ਼ਰੂਰ ਜਾਣਨਾ ਚਾਹਾਂਗਾ। ਔਰ ਸਭ ਤੋਂ ਪਹਿਲਾਂ ਤਾਂ ਡਾਕਟਰ ਪਰਮੀਤ ਸਿੰਘ ਚੱਡਾ ਸਾਹਿਬ, ਮੈਂ ਤੁਹਾਡੇ ਕੋਲ ਹੀ ਸਭ ਤੋਂ ਪਹਿਲਾਂ ਆਵਾਂਗਾ, ਕਿਉਂਕਿ ਵਰਲਡ ਸਿੱਖ ਚੈਂਬਰ ਆਫ ਕਾਮਰਸ ਦੇ ਗਠਨ ਦੀ ਆਖਰ ਜ਼ਰੂਰਤ ਕਿਉਂ ਮਹਿਸੂਸ ਹੋਈ, ਕਿਸ ਤਰ੍ਹਾਂ ਇਹ ਆਈਡੀਆ ਦਿਮਾਗ ਵਿੱਚ ਆਇਆ? ਇਸ ਤਰ੍ਹਾਂ ਵਰਲਡ ਸਿੱਖ ਚੈਂਬਰ ਆਫ ਕਾਮਰਸ ਦੀ ਪਲੈਨਿੰਗ ਕਾਫੀ ਸਾਲ 2 ਸਾਲ ਤੋਂ ਚੱਲਦੀ ਪਈ ਸੀ ਨਾ, ਔਰ ਹੋਂਦ ਲਾਕਡਾਊਨ ਵਿੱਚ ਆਈ। we were trying to build something for the Sikhs by the Sikhs, ਕਿ ਅਸੀਂ ਸਿੱਖ ਕਮਿਊਨਿਟੀ ਵਾਸਤੇ ਕੁਝ ਕਰ ਸਕੀਏ, ਨਾਨ ਪੋਲੀਟੀਕਲ, ਨਾਨ ਰਿਲੀਜੀਅਸ, ਕਿਉਂਕਿ ਅਸੀਂ ਲੋਕ ਅੱਜ ਦਾ ਯੂਥ ਦੇਖ ਰਿਹਾ ਹੈ ਕਿ ਅੱਜ ਸਾਡਾ ਪੋਲੀਟੀਕਲ ਰਿਲੀਜੀਅਸ ਕੀ ਹਾਲ ਹੈ। ਸੋ ਵੀ ਆਲਵੇਜ਼ ਵਾਂਟਡ ਟੂ ਡੂ ਕਿ ਅਸੀਂ ਕੁਝ ਅੱਛਾ ਬਿਜ਼ਨਸ ਵਾਲਿਆਂ ਨੂੰ ਇਕੱਠੇ ਜੋੜੀਏ। ਬੜੇ ਟਾਈਮ ਤੋਂ ਪਲੈਨਿੰਗ ਚੱਲਦੀ ਪਈ ਸੀ, ਜਸਮੀਤ ਜੀ ਨਾਲ, ਸ਼ੈਰੀ ਜੀ ਨਾਲ, ਮਨਦੀਪ ਕੌਰ ਜੀ ਨਾਲ ਅਸੀਂ ਡਿਸਕਸ਼ਨ ਕਰਦੇ ਸੀ ਕਿ ਕੀ ਕਰੀਏ। ਤੇ ਇੱਕਦਮ 22 ਮਾਰਚ ਲਾਕਡਾਊਨ ਹੋ ਗਿਆ ਤੇ ਸਾਡੇ ਕੋਲ ਹੁਣ ਬੀਇੰਗ ਐਕਸਪੋਰਟਰ, ਮੇਰਾ ਅੱਧਾ ਟਾਈਮ ਤੇ ਫਲਾਈਟਾਂ ਵਿੱਚ ਔਰ ਐਕਸਪੋਰਟ ਵਿੱਚ ਹੀ ਬੀਤਦਾ ਹੈ, ਤੇ ਕਦੇ ਇੰਨਾ ਟਾਈਮ ਨਹੀਂ ਮਿਲਦਾ ਸੀ ਕਿ ਅਸੀਂ ਕੁਝ ਆਪਣੀ ਕਮਿਊਨਿਟੀ ਵਾਸਤੇ ਗਿਵ ਬੈਕ ਕਰੀਏ, ਸਮਾਜ ਵਾਸਤੇ ਕੁਝ ਸੋਚੀਏ। ਤੇ ਜਦ ਲਾਕਡਾਊਨ ਹੋ ਗਿਆ ਤਾਂ ਸਾਡੇ ਕੋਲ ਕੁਝ ਨਹੀਂ ਸੀ ਕਰਨ ਵਾਸਤੇ। 2-3 ਦਿਨ ਤੇ ਆਪਣੀ ਫੈਮਿਲੀ ਨਾਲ ਬੈਠ ਕੇ ਅਸੀਂ ਆਪਣਾ ਟਾਈਮ ਅੱਛਾ ਪਾਸ ਕੀਤਾ। ਉਹਦੇ ਬਾਅਦ ਇਹ ਸੋਚਣ ਵਿੱਚ ਲੱਗੇ ਕਿ ਹੁਣ ਕੀ ਕਰੀਏ। ਲੋਕੀ ਹਰ ਤਰਫ ਪਰੇਸ਼ਾਨ ਨੇ, ਆਪਣੇ ਜਿਹੜੇ ਸਿੱਖ ਭੈਣ ਭਰਾ ਨੇ ਸਭ ਦੀਆਂ ਨੌਕਰੀਆਂ ਜਾਂਦੇ ਹੋਏ ਨਜ਼ਰ ਆਈਆਂ, ਤੇ ਉਹਨਾਂ ਨਾਲ ਗੱਲ ਕਰਦੇ ਸੀ, ਉਹਨਾਂ ਦਾ ਹੌਸਲਾ ਵੀ ਵਧਾਉਂਦੇ ਸੀ। ਤੇ ਇਹੀ ਸਮਝ ਆਇਆ ਕਿ ਹੁਣ ਸਮੇਂ ਆ ਗਿਆ ਕਿ ਹੁਣ ਕੁਝ ਕਰਨ ਦਾ। ਤੇ ਤਾਂ ਅਸੀਂ ਵਰਲਡ ਸਿੱਖ ਚੈਂਬਰ ਆਫ ਕਾਮਰਸ ਦੀ ਫਾਊਂਡੇਸ਼ਨ ਤਿਆਰ ਕਰਨੀ ਸ਼ੁਰੂ ਕੀਤੀ। ਵੀ ਸਟਾਰਟਡ ਫਰੋਮ ਸਕ੍ਰੈਚ। ਸ਼ੈਰੀ ਵੀਰ ਜੀ ਨਾਲ, ਜਸਮੀਤ ਵੀਰ ਜੀ ਨਾਲ, ਮਨਦੀਪ ਕੌਰ ਜੀ ਨਾਲ ਅਸੀਂ ਡਿਸਕਸ਼ਨ ਕਰਕੇ ਕੀ ਕਰਨਾ ਚਾਹੀਦਾ। ਮੇਰੇ ਬਾਕੀ ਵੀ ਸਾਡੇ ਕੋਰ ਟੀਮ ਹੈਗੀ, 20 ਤੋਂ ਜ਼ਿਆਦਾ ਸਾਡੇ ਕੋ-ਫਾਊਂਡਰਸ ਹੈਗੇ ਨੇ, ਜਿਨ੍ਹਾਂ ਨੇ ਪੂਰੀ ਦਿਨ ਰਾਤ ਲਗਾ ਕੇ ਇਸ ਪ੍ਰੋਜੈਕਟ ਨੂੰ ਟਾਈਮ ਦਿੱਤਾ। ਸੋ ਵੀ ਸਟਾਰਟਡ ਵਰਕਿੰਗ ਕਿ ਅਸੀਂ ਕੀ ਕਰਨਾ ਹੈ, ਕਿਵੇਂ ਕਰਨਾ ਹੈ। ਤੇ ਬੜਾ ਅੱਛਾ ਅਸੀਂ ਰੋਡ ਮੈਪ ਬਣਾਇਆ। ਰੋਡ ਮੈਪ ਬਣਾਉਣ ਤੋਂ ਬਾਅਦ ਅਸੀਂ ਲੋਕਾਂ ਨੂੰ ਇੱਕ ਕਰਕੇ ਜੋੜਨਾ ਸ਼ੁਰੂ ਕੀਤਾ। ਸਭ ਤੋਂ ਪਹਿਲੇ ਅਸੀਂ ਲੋਕਾਂ ਨੂੰ WhatsApp ਤੇ ਜੋੜਿਆ, ਤੇ ਆਪਣੇ ਸਿੱਖ ਭੈਣ ਭਰਾਵਾਂ ਨੂੰ WhatsApp ਤੇ ਜੋੜਿਆ, ਤੇ
ਲੋਕਾਂ ਦਾ ਹੌਸਲਾ ਵਧਾਉਣ ਵਾਸਤੇ ਹੁਣ ਮਿਲ ਤੇ ਸਕਦੇ ਨਹੀਂ ਸੀ, ਹੁਣ ਕੀ ਕਰੀਏ। ਤੇ ਅਸੀਂ ਜ਼ੂਮ ਮੀਟਿੰਗ ਵਿੱਚ ਜ਼ੂਮ ਮੀਟਿੰਗ ਬਾਰੇ ਮੈਨੂੰ ਤੇ ਨਹੀਂ ਪਤਾ ਸੀ, ਮੇਰੇ ਬਾਕੀ ਸ਼ਹਿਰੀ ਵੀਰ ਜੀ ਵਗੈਰਾ ਨੂੰ ਸਭ ਨੂੰ ਪਤਾ ਸੀ, ਬਿਕੋਜ਼ ਦੇ ਆਰ ਫਰੋਮ ਟ੍ਰੇਨਿੰਗ ਬੈਕਗ੍ਰਾਉਂਡ, ਤੇ ਉਹਨਾਂ ਨੇ ਸੁਜੈਸਟ ਕੀਤਾ ਕਿ ਅਸੀਂ ਜ਼ੂਮ ਮੀਟਿੰਗ ਤੇ ਲੋਕਾਂ ਨੂੰ ਮਿਲਣਾ ਸ਼ੁਰੂ ਕਰਦੇ ਹਾਂ। ਸੋ ਮੈਨੂੰ ਹੁਣੇ ਵੀ ਯਾਦ ਹੈ, ਸ਼ਾਇਦ 12 ਅਪ੍ਰੈਲ ਦਾ ਦਿਨ ਸੀ ਤੇ ਸਾਡੀ ਪਹਿਲੀ ਜ਼ੂਮ ਮੀਟਿੰਗ ਹੋਈ, ਤੇ ਵੀ ਗੋਟ ਅਰਾਊਂਡ 35 ਮੈਂਬਰਸ ਔਨ ਦੈਟ ਜ਼ੂਮ ਮੀਟਿੰਗ। ਸੋ ਇਸ ਤਰ੍ਹਾਂ ਸਾਡਾ ਪਰਿਵਾਰ ਵੱਡਾ ਹੁੰਦਾ ਗਿਆ। ਅੱਜ 6 ਮਹੀਨੇ 5.5 ਮਹੀਨੇ ਹੋ ਗਏ ਨੇ ਸਾਨੂੰ, ਤੇ ਸਾਡੇ ਕੋਲ 500 ਤੋਂ ਜ਼ਿਆਦਾ ਮੈਂਬਰ ਹੈ ਵਰਲਡ ਵਾਈਡ, ਔਰ ਅਸੀਂ ਹੁਣ 20 ਜ਼ੂਮ ਮੀਟਿੰਗ ਵੀ ਕਰ ਚੁੱਕੇ ਹਾਂ। ਸੋ ਇਸ ਤਰ੍ਹਾਂ ਹੀ ਗੁਰੂ ਮਹਾਰਾਜ ਸਾਨੂੰ ਅੱਗੇ ਚਲਾਈ ਜਾ ਰਹੇ ਨੇ। ਠੀਕ ਹੈ, ਸ਼ਹਿਰੀ ਜੀ ਤੁਹਾਡੇ ਕੋਲ ਵੀ ਆਣਾ ਹੈ, ਕਿਉਂਕਿ ਤੁਹਾਡੇ ਬਾਰੇ ਬੜਾ ਜ਼ਿਕਰ ਡਾਕਟਰ ਪਰਮੀਤ ਜੀ ਨੇ ਕੀਤਾ ਹੈ। ਸੋ ਤੁਹਾਡੇ ਤੋਂ ਅਸੀਂ ਜਾਣਨਾ ਚਾਹਾਂਗੇ ਕਿ ਵਰਲਡ ਸਿੱਖ ਚੈਂਬਰ ਆਫ ਕਾਮਰਸ ਦਾ ਆਖਰ ਕੰਮ ਕੀ ਹੈ ਔਰ ਕਿਸ ਤਰ੍ਹਾਂ ਇਹ ਕੰਮ ਕਰਦੀ ਹੈ ਚੈਂਬਰ ਤੁਹਾਡੀ ਕਾਮਰਸ ਇੰਡਸਟਰੀ। ਓਕੇ ਜੀ, ਐਕਚੁਅਲੀ ਅਸੀਂ ਜਿੰਨੇ ਵੀ ਸਿੱਖ ਐਂਟਰਪ੍ਰੈਨਿਓਰਸ ਹੈਗੇ ਨੇ, ਸਿੱਖ ਭੈਣ ਭਰਾ ਹੈਗੇ ਨੇ, ਜਿਨ੍ਹਾਂ ਦੇ ਵੱਖਰੇ ਵੱਖਰੇ ਵਪਾਰ ਬਿਜ਼ਨਸ ਹੈਗੇ ਨੇ ਅਲੱਗ-ਅਲੱਗ ਸਟੇਟਸ ਦੇ ਵਿੱਚ, ਦੇਸ਼ ਵਿੱਚ, ਵਿਦੇਸ਼ ਵਿੱਚ, ਅਸੀਂ ਸਾਰੇ ਮਿਲ ਕਰਕੇ ਇੱਕ ਇਸ ਤਰ੍ਹਾਂ ਦਾ ਅਸੀਂ ਪਲੇਟਫਾਰਮ ਬਣਾ ਦਿੱਤਾ ਹੈ ਕਿ ਕਿਸੇ ਨੂੰ ਕਿਸੇ ਵੀ ਚੀਜ਼ ਦੀ ਲੋੜ ਹੈਗੀ ਹੈ, ਉਹ ਆਪਸ ਵਿੱਚ ਡਿਸਕਸ ਕਰਕੇ ਥਰੂ ਵਟਸਐਪ ਗਰੁੱਪ, ਥਰੂ ਫੋਨ ਕਾਲ, ਉਹ ਆਪਸ ਵਿੱਚ ਉਹ ਰਿਕੁਆਇਰਮੈਂਟ ਸ਼ੇਅਰ ਕਰਦੇ ਨੇ, ਤੇ ਉਹ ਰਿਕੁਆਇਰਮੈਂਟ ਦੀ ਜਿਹੜੀ ਫੁਲਫਿਲਮੈਂਟ ਹੈ ਉਹ ਇਮੀਡੀਏਟਲੀ ਵਿਦਿਨ ਦੀ ਸਰਕਲ ਹੋ ਜਾਂਦੀ ਹੈ। ਯਾਨੀ ਕਿ ਇਹ ਇੱਕ ਤਰੀਕੇ ਦਾ ਟਰਸਟ ਸਰਕਲ ਬਣ ਗਿਆ ਵਰਲਡ ਸਿੱਖ ਚੈਂਬਰ ਆਫ ਕਾਮਰਸ, ਜਿਹਦਾ ਏਮ ਹੈਗਾ ਕਿ ਜਿੰਨੇ ਵੀ ਵਰਲਡ ਵਾਈਡ, ਨਾਟ ਓਨਲੀ ਇਨ ਇੰਡੀਆ, ਵਰਲਡ ਵਾਈਡ ਜਿੰਨੇ ਵੀ ਸਾਡੇ ਸਿੱਖ ਭੈਣ ਭਰਾ ਹੈਗੇ ਨੇ, ਉਹ ਆਪਸ ਵਿੱਚ ਇੱਕ ਦੂਜੇ ਦੀ ਹੈਲਪ ਕਰੇ ਔਰ ਕਰਨ, ਔਰ ਉਸ ਤੋਂ ਇਲਾਵਾ ਬਿਜ਼ਨਸ ਟ੍ਰਾਂਜੈਕਸ਼ਨਸ ਵੀ ਕਰਨ। ਅਗਰ ਕਿਸੇ ਨੂੰ ਕੋਈ ਆਪਸ ਵਿੱਚ ਬਿਜ਼ਨਸ ਕਰਨਾ ਹੈ, ਉਸ ਤੋਂ ਇਲਾਵਾ ਅਗਰ ਕਿਸੇ ਨੂੰ ਨਾਨ ਟ੍ਰਾਂਜੈਕਸ਼ਨਲ ਕੋਈ ਹੈਲਪ ਚਾਹੀਦੀ ਹੁੰਦੀ ਹੈ, ਕਈ ਵਾਰ ਕੋਈ ਬਿਮਾਰ ਪੈ ਜਾਂਦਾ ਹੈ, ਕਿਸੇ ਨੂੰ ਕੋਈ ਹਸਪੀਟਲ ਦਾ ਰੈਫਰੈਂਸ ਚਾਹੀਦਾ ਹੁੰਦਾ ਹੈ, ਕਿਸੇ ਨੂੰ ਕੋਈ ਲੀਗਲ ਕੋਈ ਐਡਵੋਕੇਟ ਦਾ ਰੈਫਰੈਂਸ ਚਾਹੀਦਾ ਹੁੰਦਾ ਹੈ, ਕਿਸੇ ਨੂੰ ਕੋਈ ਕੰਸਲਟੈਂਟ ਦੀ ਰਿਕੁਆਇਰਮੈਂਟ ਹੁੰਦੀ ਹੈ ਆਪਣੇ ਬਿਜ਼ਨਸ ਸਟੂਡੈਂਟ ਕਰਨ ਵਾਸਤੇ। ਇਹ ਸਾਰੇ ਵੱਖਰੇ ਵੱਖਰੇ ਬਿਜ਼ਨਸਮੈਨ ਆਪਣੀ ਐਕਸਪਰਟੀਜ਼ ਦੇ ਨਾਲ ਕੰਮ ਕਰ ਰਹੇ ਸੀ, ਪਹਿਲੇ ਵੱਖਰੇ ਵੱਖਰੇ ਹੈਗੇ ਸੀ, ਤੇ ਸਾਡਾ ਇਹ ਉਪਰਾਲਾ ਸਿੱਖ ਕਮਿਊਨਿਟੀ ਨੂੰ ਇਕੱਠਾ ਕਰਨ ਵਾਲਾ ਹੈਗਾ, ਔਰ ਬਹੁਤ ਹੀ ਅਨਬਾਇਸਡ ਅਪਰੋਚ ਨਾਲ ਅਸੀਂ ਕੰਮ ਕਰ ਰਹੇ ਹੈਗੇ ਹਾਂ। ਸਾਰੇ ਸਿੱਖ ਭੈਣ ਭਰਾ ਮਿਲ ਕਰਕੇ ਇੱਕ ਦੂਜੇ ਦੀ ਹੈਲਪ ਕਰ ਰਹੇ ਨੇ, ਬਿਜ਼ਨਸ ਗਰੋ ਹੋ ਰਿਹਾ ਸਭ ਦਾ ਮਿਊਚੁਅਲੀ। ਸਭ ਤੋਂ ਵੱਡੀ ਗੱਲ ਹੈਗਾ ਇੱਕ ਏਕਾ ਦਿਖ ਰਿਹਾ ਹੈਗਾ ਕਿ ਸਾਡੀ ਵੀ ਏਕਾ ਹੈਗਾ ਕਿ ਆਪਸ ਵਿੱਚ ਅਸੀਂ ਮਿਲਦੇ ਹੈਗੇ ਹਾਂ, ਰੈਗੂਲਰਲੀ ਆਨਲਾਈਨ ਮਿਲ ਰਹੇ ਹਾਂ, ਕਿਉਂਕਿ ਕੋਵਿਡ ਦੇ ਕਰਕੇ ਅਸੀਂ ਬਾਹਰ ਫਿਜ਼ੀਕਲੀ ਮੀਟਿੰਗ ਨਹੀਂ ਕਰ ਰਹੇ, ਔਰ ਬਹੁਤ ਸਾਰੇ ਅੱਛੇ ਇਨੋਵੇਟਿਵ ਆਈਡੀਆਜ਼ ਨਾਲ ਅਸੀਂ ਲੋਕਾਂ ਨੂੰ ਇੰਗੇਜ ਰੱਖਣੇ ਹੈਗੇ ਆ, ਐਂਟਰਪ੍ਰੈਨਿਓਰਸ ਨੂੰ ਇੰਗੇਜ ਰੱਖਣੇ ਹੈਗੇ ਆ। ਬਹੁਤ ਹੀ ਇੱਕ ਅੱਛਾ ਕਮਿਊਨਿਟੀ ਬਿਲਟਅਪ ਹੋ ਰਿਹਾ ਹੈਗਾ, ਔਰ ਆਉਣ ਵਾਲੇ ਸਮਾਂ ਦੇ ਵਿੱਚ ਦੁਨੀਆ ਦੀ ਇੱਕ ਨੰਬਰ 1 ਸਿੱਖ ਕਮਿਊਨਿਟੀ ਬਣ ਕੇ ਸਾਹਮਣੇ ਆਉਣ ਵਾਲੀ ਹੈ। ਐਸਾ ਮੇਰਾ ਵਿਜ਼ਨ ਹੈਗਾ, ਐਸਾ ਸਾਡੇ ਸਾਰਿਆਂ ਦਾ ਵਿਜ਼ਨ ਇਹ ਹੈਗਾ ਕਿ ਅਸੀਂ ਸਾਰੇ ਮਿਲ ਕਰਕੇ ਇਹਦੇ ਵਿੱਚ ਜਿੰਨਾ ਹੋ ਸਕੇ ਕੰਟਰੀਬਿਊਟ ਕਰੀਏ, ਤਾਂ ਕਿ ਜਿੰਨਾ ਵੱਧ ਤੋਂ ਵੱਧ ਅਸੀਂ ਮੈਕਸਿਮਮ ਵਰਲਡ ਵਾਈਡ ਸਿੱਖਸ ਨੂੰ ਆਪਸ ਵਿੱਚ ਰੀਚ ਆਊਟ ਕਰੀਏ, ਕਨੈਕਟ ਕਰੀਏ। ਇਹੀ ਸਾਡਾ ਉਦੇਸ਼ ਹੈ ਵਰਲਡ ਸਿੱਖ ਚੈਂਬਰ ਆਫ ਕਾਮਰਸ ਦਾ। ਠੀਕ ਹੈ, ਜਸਮੀਤ ਜੀ ਤੁਹਾਡੇ ਤੋਂ ਮੈਂ ਜਾਣਨਾ ਚਾਹਾਂਗਾ, ਉਸ ਤੋਂ ਬਾਅਦ ਮਨਦੀਪ ਜੀ ਤੁਹਾਡੇ ਤੋਂ ਵੀ ਇਹੀ ਸਵਾਲ ਮੈਂ ਜ਼ਰੂਰ ਕਰਾਂਗਾ ਕਿ ਕਈ ਸੁਸਾਇਟੀ ਇਸ ਸਮੇਂ ਸਾਡੇ ਸਮਾਜ ਦੇ ਆਸ-ਪਾਸ ਸਾਨੂੰ ਦਿਖ ਰਹੀਆਂ ਨੇ, ਪਰ ਕਿਉਂ ਵਰਲਡ ਸਿੱਖ ਚੈਂਬਰ ਆਫ ਕਾਮਰਸ ਨੂੰ ਤੁਸੀਂ ਜੁਆਇਨ ਕੀਤਾ? ਆਖਰ ਇਸ ਦੇ ਪਿੱਛੇ ਕੀ ਰੀਜ਼ਨ ਸੀ ਔਰ ਕਿਸ ਤਰ੍ਹਾਂ ਇਹ ਸੁਸਾਇਟੀ ਬਾਕੀਆਂ ਨਾਲ ਵੱਖ ਹੈ? ਜਸਮੀਤ ਜੀ। For having me on your show, first of all. I think the difference ਜਿਹੜਾ ਫਰਕ ਹੈ ਜਾਂ ਜਿਸ ਨੂੰ ਅਸੀਂ ਕਹੀਏ ਕਿ ਇਹ ਵੱਖ ਕਿਉਂ ਹੈ, ਉਹ ਹੈ ਵਿਜ਼ਨ। ਜਿਸ ਤਰ੍ਹਾਂ ਪਰਮੀਤ ਵੀਰ ਜੀ ਨੇ ਸ਼ੁਰੂਆਤ ਵਿੱਚ ਦੱਸਿਆ that this is a non-political, non-religious organization and the focus is completely on commerce, professionalism, whether you're a professional or you are a youth who wants to have his own startup, everybody is welcome. Particularly, I was fascinated with the vision. I was fascinated with the idea of bringing all the six together for the first time, I think, in the history since known to me. My particular reason is definitely that I'll be able to help a lot of youth, which is my passion. ਜਿਹੜਾ ਮੇਰਾ passion ਹੈ ਕਿ ਜਿਹੜੇ ਮੇਰੇ ਸਿੱਖ youth ਨੇ ਉਹਨਾਂ ਨੂੰ ਇਸ ਪਲੇਟਫਾਰਮ ਤੇ ਲੈ ਕੇ ਆ ਕੇ ਅਸੀਂ ਉਹਨਾਂ ਦੀ ਮਦਦ ਕਰ ਸਕਦੇ ਹਾਂ ਕਿ ਆਪਣੀ ਲਾਈਫ 'ਚ ਅੱਗੇ ਵਧਣ। ਛੋਟੀ ਜੀ ਉਦਾਹਰਣ ਹੈ ਕਿ ਇਸ ਤੋਂ ਪਹਿਲਾਂ WSCC ਤੋਂ ਪਹਿਲਾਂ ਮਨਦੀਪ ਜੀ ਜੋ ਅੱਜ ਪੈਨਲਿਸਟ ਵੀ ਨੇ, ਮੈਂ ਉਹਨਾਂ ਨੂੰ ਨਹੀਂ ਜਾਣਦਾ ਸੀ, ਰਾਈਟ? ਤੇ ਇੱਕ ਪਲੇਟਫਾਰਮ ਇਟਸ ਵੈਰੀ ਵੈਰੀ ਇੰਪੋਰਟੈਂਟ ਫॉर ਪੀਪਲ ਟੂ ਕਮ ਟੂਗੇਦਰ, ਤੇ ਜੇ ਉਹ ਪਲੇਟਫਾਰਮ ਰਾਈਟ ਇੰਟੈਂਸ਼ਨ ਨਾਲ ਕ੍ਰੀਏਟ ਹੋਏ then there is no stopping to the growth of that platform, ਜਿਸ ਤਰ੍ਹਾਂ ਸ਼ੈਰੀ ਸਰ ਨੇ ਵੀ ਸ਼ੇਅਰ ਕੀਤਾ। So that is my particular reason
that we all met, and we are now really putting a lot of hard work so that we can fulfill our vision and mission. ठीक है मनदीप जी, यही सवाल मैं ਤੁਹਾਡੇ ਤੋਂ ਵੀ ਕਰਨਾ ਚਾਹਾਂਗਾ क्योंकि ਤੁਸੀਂ ਮਿਲਵਾਕੀ ਵਿਸਕॉन्सिन बैठे हो, हजारों किलोमीटर ਇਹਨਾਂ ਤੋਂ दूर बैठे हो, किस तरह इस सोसाइटी ਨੂੰ बाकी सोसाइटीज ਨਾਲੋਂ वक्त ਤੁਸੀਂ ਦੱਸोगे? Yeah, I think the main thing is for this society, this platform, is for business owners, for entrepreneurs, for Sikhs to come together. Apne na ਜਿਹੜੀ Sikh community, we have a lot of successful individuals, but they're all in their own little corner. We don't have a platform to bring everybody together. So I think this WSCC, we did a very good job. There is no negativity, there is no competition. It's all bringing everybody together. For example, I have a company, Beyond Outsourcing, and my headquarters here is in Milwaukee, Wisconsin, but our main office is Delhi ਵਿੱਚ ਆ. So the connections that I could build through this organization has been tremendous. ਜਦੋਂ ਵੀ ਮੈਨੂੰ ਕੋਈ employee ਦੀ ਜ਼ਰੂਰਤ ਹੋਵੇ, I put a message in the group and people get on it right away. Give me the marketing ਦੀ ਜ਼ਰੂਰਤ ਹੋਵੇ, I'm getting that help. If I need a cab driver, for example, and I put a message in the box, and this way I'm helping my community. Aap Sikhs di help karte hain, right? Aapni community di help karte hain. It's not just me. I could go on any job portal and hire somebody, but this way we're really helping people in our community that really needs the job, really need the work. So for me, it's been a tremendous, help using this platform. And I think as we grow, as we implement this throughout North America, and we bring people together, this is going to be a very successful platform for everybody to use. ਠੀਕ ਹੈ ਡਾਕਟਰ ਪਰਮੀਤ ਜੀ, ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਲੋਕਾਂ ਦੀ ਚੋਣ ਤੁਸੀਂ ਇਸ ਸੁਸਾਇਟੀ ਲਈ ਕਿਸ ਤਰ੍ਹਾਂ ਕਰਦੇ ਹੋ ਕਿ ਕੌਣ ਜਿਹੜਾ ਸ਼ਖਸ ਹੈ ਤੁਹਾਡੀ ਸੁਸਾਇਟੀ ਵਿੱਚ ਆ ਸਕਦਾ, ਕਿ ਉਹ ਵੱਡਾ ਕੋਈ ਐਂਟਰਪ੍ਰੀਨਰ ਹੋਣਾ ਚਾਹੀਦਾ ਹੈ, ਵੱਡਾ ਕੋਈ ਇੰਡਸਟਰੀਅਲਿਸਟ ਹੋਣਾ ਚਾਹੀਦਾ ਹੈ, ਜਾਂ ਫਿਰ ਉਹਦੇ ਜੇਬ 'ਚ ਮੋਟੇ ਪੈਸੇ ਹੋਣੇ ਚਾਹੀਦੇ ਨੇ ਤਾਂ ਹੀ ਉਹ ਤੁਹਾਡੀ ਸੁਸਾਇਟੀ ਨਾਲ ਜੁੜ ਸਕਦਾ ਹੈ? ਕਿਸ ਤਰ੍ਹਾਂ ਲੋਕਾਂ ਦੀ ਚੋਣ ਕੀਤੀ ਹੈ ਤੁਸੀਂ? ਇਸ ਤਰ੍ਹਾਂ ਸਾਡੀ ਇਸ ਸੁਸਾਇਟੀ ਵਿੱਚ ਆਉਣ ਵਾਸਤੇ ਇੱਕੋ ਹੀ ਕ੍ਰਾਈਟੇਰੀਆ ਹੈ, ਉਹ ਸਿੰਘ ਜਾਂ ਕੌਰ ਹੋਣਾ ਚਾਹੀਦਾ ਹੈ। ਪਹਿਲੇ ਤਾਂ ਸਿੱਖ ਹੋਣਾ ਚਾਹੀਦਾ। ਸਾਡੀ ਪਹਿਲੀ ਪ੍ਰੈਫਰੈਂਸ ਹੈ ਕਿ ਉਹ ਸਿੱਖ ਹੋਏ, ਔਰ ਅਸੀਂ ਕਿਸੇ ਵੀ ਸਿੱਖ ਨੂੰ ਪੈਸੇ ਨਾਲ ਨਹੀਂ ਤੋਲਦੇ। ਸਾਡੇ ਕੋਲ ਇੱਕ 1500 ਕਰੋੜ ਦਾ ਇੰਪਾਇਰ ਵਾਲਾ ਮੈਂਬਰ ਵੀ ਹੈ, ਅਤੇ ਸਾਡੇ ਨਾਲ ਇੱਕ 20,000 ਦੀ ਨੌਕਰੀ ਕਰਨ ਵਾਲਾ ਵੀ ਸਾਡੇ ਨਾਲ ਜੁੜਿਆ ਹੋਇਆ। ਅਤੇ ਹਾਂ, ਵੇਲਰ ਨੂੰ ਆਪਣੇ ਨਾਲ ਨਹੀਂ ਜੋੜਦੇ, ਕਿਉਂਕਿ ਇੱਕ ਵੇਲਰ ਨੂੰ ਲੈਣ ਤੋਂ ਬਾਅਦ ਸਾਰਾ ਸੰਸਥਾ ਖਰਾਬ ਹੋ ਜਾਂਦੀ ਹੈ। he or she must be doing any business, any service, or any ਉਹ ਜਾਂ ਤਾਂ ਕੋਈ ਕੋਚ ਹੋਏ ਯਾਨੀ ਕੋਈ ਮੈਂਟਰ ਹੋਏ, ਮਤਲਬ ਉਹ ਕੰਮ ਕਰਦਾ ਹੋਣਾ ਚਾਹੀਦਾ ਹੈ ਕਿ ਉਹ ਖਾਲੀ ਨਾ ਹੋਏ। ਸੋ ਆਵਰ ਓਨਲੀ ਵਨ ਸਾਡੇ ਕੋਲ ਇੱਕੋ ਹੀ ਕ੍ਰਾਈਟੇਰੀਆ ਸਿੱਖ ਹੋਣਾ ਚਾਹੀਦਾ ਹੈ, ਤੇ ਉਹ ਕੋਈ ਕੰਮ ਕਰਨਾ ਹੋਣਾ ਚਾਹੀਦਾ। ਯਾਨੀ ਕਿ ਇਹ ਮੰਨਿਆ ਜਾਏ ਕਿ ਜਿਵੇਂ ਵਰਲਡ ਸਿੱਖ ਚੈਂਬਰ ਆਫ ਕਮਰਸ ਹੈ, ਜਿਵੇਂ ਨਾਮ ਇਹਦਾ ਸਿੱਖ ਹੈ, ਇਹਦੇ ਵਿੱਚ ਸਿਰਫ ਅਸੀਂ ਮੰਨ ਸਕਦੇ ਹਾਂ ਕਿ ਇਹ ਸੰਸਥਾ ਸਿਰਫ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ। ਹਾਂ, ਫਿਲਹਾਲ ਸਟਾਰਟਿੰਗ ਵਿੱਚ ਤਾਂ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ, ਕਿਉਂਕਿ ਬਹੁਤ ਸਾਰੀ ਆਰਗੇਨਾਈਜੇਸ਼ਨਸ ਹੈਗੀਆਂ ਨੇ ਜਿਹੜੀ ਕਿ ਪੰਜਾਬੀਜ਼ ਵਾਸਤੇ ਹੈਗੇ ਨੇ, ਜਿਹੜੇ ਫॉर ਬਨੀਆਜ਼ ਹੈਗੀਆਂ ਨੇ, ਜੈਨਸ ਵਾਸਤੇ ਹੈਗੇ ਨੇ, ਪਾਰਸੀਜ਼ ਵਾਸਤੇ ਹੈਗੇ ਨੇ। ਸੋ ਸਾਡੇ ਸਿੱਖਾਂ ਦੀ ਕੋਈ ਇੱਕ ਐਕਸਕਲੂਸਿਵ ਕੋਈ ਸੁਸਾਇਟੀ ਨਹੀਂ ਹੈ। ਸੋ ਇਹ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇੱਕ ਐਕਸਕਲੂਸਿਵਿਟੀ ਦਿੱਤੀ ਜਾਏ ਕਿ ਇਹਦੇ ਵਿੱਚ ਸਿਰਫ ਸਿੱਖਸ ਹੋਣ, ਅਤੇ ਸਾਡਾ ਜਿਹੜਾ ਵਿਜ਼ਨ ਹੈ ਉਹ ਸਿੱਖਸ ਨਾਲ ਹੀ ਅਲਾਈਨ ਹੋਏ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਸੀਂ ਇੱਕ ਟਰੈਕ 'ਤੇ ਬੋਲਦੇ ਹਾਂ, ਸਾਡਾ ਟਰੈਕ ਮੂਵ ਨਹੀਂ ਹੁੰਦਾ, ਤਾਂ ਹੀ ਸਾਡੀ ਵਿਜ਼ਨ ਜਿਹੜੀ ਹੈ ਸਿੱਖਾਂ ਨਾਲ ਹੀ ਮਿਲਦੀ ਹੈ। ਜੀ ਠੀਕ ਹੈ। ਸ਼ੈਲ ਜੀ, ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਆਉਣ ਵਾਲੇ ਸਮੇਂ ਵਿੱਚ ਕੀ ਇਸ ਦਾ ਦਾਇਰਾ ਹੋਰਨਾਂ ਭਾਈਚਾਰਿਆਂ ਵਿੱਚ ਵੀ ਵਧਾਉਣ ਬਾਰੇ ਸੋਚਿਆ ਗਿਆ, ਕਿਉਂਕਿ ਹਾਲੇ ਤੱਕ ਡਾਕਟਰ ਪਰਮੀਤ ਜੀ ਇਹ ਦੱਸ ਰਹੇ ਨੇ ਕਿ ਹਾਲੇ ਤੱਕ ਸਿਰਫ ਅਸੀਂ ਸਿੱਖਾਂ ਤੱਕ ਹੀ ਸੀਮਤ ਹਾਂ, ਸਿੱਖ ਸੁਸਾਇਟੀਜ਼ ਹੋਣੀ ਚਾਹੀਦੀ ਹੈ। ਕਿ ਆਉਣ ਵਾਲੇ ਸਮੇਂ ਵਿੱਚ, ਜਿਵੇਂ ਤੁਸੀਂ ਪਹਿਲਾਂ ਵੀ ਕਿਹਾ ਸੀਗਾ ਕਿ ਇਹ ਸੁਸਾਇਟੀ ਜਿਹੜੀ ਹੈ ਸਮੇਂ ਦਰ ਸਮੇਂ ਹੋਰ ਵੱਧਦੀ ਚਲੀ ਜਾਏਗੀ, ਤੇ ਜਦੋਂ ਵਧੇਗੀ ਤਾਂ ਕੀ ਹੋਰ ਭਾਈਚਾਰੇ ਦੇ ਲੋਕ ਵੀ ਇਸ ਵਿੱਚ ਸ਼ਾਮਿਲ ਹੋਣਗੇ? ਓਕੇ ਜੀ, ਦੇਖੋ ਸਾਡੀ ਜਿਹੜੀ ਸੈਂਟਰਲ ਕੋਰ ਵੈਲਿਊ ਹੈ ਵਰਲਡ ਸਿੱਖ ਚੈਂਬਰ ਆਫ ਕਾਮਰਸ ਦੀ, we are working on the concept of sarbat da pala. That is, if you freely give your business to others, they will give business to you in return. ਤੇ ਅਸੀਂ ਇਸ ਮਿਸ਼ਨ ਨਾਲ ਕੰਮ ਕਰ ਰਹੇ ਹੈਗੇ ਕਿ ਅਸੀਂ ਵਰਲਡ ਵਾਈਡ ਇੱਕ ਇਸ ਤਰ੍ਹਾਂ ਦੀ ਕਮਿਊਨਿਟੀ ਬਣਾਈਏ, ਇੱਕ ਇਸ ਤਰ੍ਹਾਂ ਦਾ ਬਿਜ਼ਨਸ ਨੈਟਵਰਕਿੰਗ ਪਲੇਟਫਾਰਮ ਬਣਾਈਏ ਜਿਹਦੇ ਵਿੱਚ ਅਸੀਂ ਬਿਲੋਂਗਿੰਗਨੈਸ ਨੂੰ ਪ੍ਰਮੋਟ ਕਰੀਏ, ਨੈਟਵਰਕਿੰਗ, ਸਕਿੱਲ ਐਜੂਕੇਸ਼ਨ ਨੂੰ ਪ੍ਰਮੋਟ ਕਰੀਏ, ਪ੍ਰੋਫੈਸ਼ਨਲ ਡਿਵੈਲਪਮੈਂਟ ਨੂੰ ਪ੍ਰਮੋਟ ਕਰੀਏ, ਔਰ ਵਰਲਡ ਵਾਈਡ ਜਿੰਨੇ ਵੀ ਸਿੱਖਸ ਹੈਗੇ ਨੇ ਆਪਸ ਵਿੱਚ ਇੱਕ ਦੂਜੇ ਨਾਲ ਕਨੈਕਟ ਹੋ ਜਾਣ। ਜਿੱਥੇ ਤੱਕ ਗੱਲ ਹੈਗੀ ਹੈ ਬਾਕੀ ਦੂਜੇ ਰਿਲੀਜਨਸ ਦੇ ਮੈਂਬਰਸ ਦੇ ਨਾਲ ਕਨੈਕਸ਼ਨ ਹੋਣ ਦਾ, ਵੀ ਵਿਲ ਡੈਫੀਨੇਟਲੀ ਸੀ ਟੂ ਇਟ ਕਿ ਉਹਦੇ ਕੀ
ਆਪਸ਼ਨਸ ਹੈਗੇ ਨੇ ਆਉਣ ਵਾਲੇ ਟਾਈਮ ਵਿੱਚ ਅਸੀਂ ਕਿਵੇਂ ਉਸ ਚੀਜ਼ ਨੂੰ ਐਕਸਪਲੋਰ ਕਰ ਸਕਦੇ ਹੈਗੇ ਆ। ਐਜ਼ ਆਫ ਨਾਓ ਸਾਡੀ ਆਪਣੀ ਕਮਿਊਨਿਟੀ ਇੰਨੀ ਵੱਡੀ ਹੈਗੀ ਹੈ, ਸਿੱਖ ਇੰਨੇ ਜ਼ਿਆਦਾ ਹੈਗੇ ਨੇ ਕਿ ਸਭ ਨੂੰ ਇਕੱਠਾ ਕਰਨਾ, ਸਭ ਨਾਲ ਕਨੈਕਟ ਕਰਨਾ, ਕਿਉਂਕਿ ਨੇਸ਼ਨ ਬਿਲਡਿੰਗ ਜਿੱਥੇ ਗੱਲ ਆਉਂਦੀ ਹੈ ਸਿੱਖਸ ਆਰ ਨੰਬਰ 1। ਸੋ ਅਸੀਂ ਇਹੀ ਚਾਹੁੰਦੇ ਹੈਗੇ ਕਿ ਪਹਿਲੇ ਸਾਰੇ ਸਿੱਖ ਇਕੱਠੇ ਹੋ ਜਾਣ, ਉਸ ਤੋਂ ਬਾਅਦ ਅਸੀਂ ਸੋਚਾਂਗੇ ਕਿ ਅਸੀਂ ਕੋਈ ਹੋਰ ਦੂਜਾ ਐਵੇਨਿਊ ਪਿਕ ਕਰਨਾ ਹੈ ਜਾਂ ਕਿਵੇਂ ਕਰਨਾ ਹੈਗਾ। ਦੈਟ ਇਜ਼ maybe that is part of the second phase or third phase. I'm not very sure to commit anything right now. Right now we are mainly focused upon the six, as Dr. Parmeet has rightly mentioned. ਜੀ ਠੀਕ ਹੈ, ਮਨਦੀਪ ਕੌਰ ਜੀ ਤੁਹਾਡੇ ਤੋਂ ਜਾਣਨਾ ਚਾਹਾਂਗਾ ਕਿਉਂਕਿ ਤੁਸੀਂ ਇਸ ਸਮੇਂ ਅਮਰੀਕਾ ਵਿੱਚ ਹੋ, ਔਰ ਉਸ ਸਮੇਂ ਅਮਰੀਕਾ ਦੀ ਕੀ ਸਥਿਤੀ ਬਣੀ ਹੋਈ ਹੈ ਰਿਸੈਸ਼ਨ ਦੀ, ਜੇਕਰ ਅਸੀਂ ਗੱਲ ਕਰੀਏ, ਕਿਉਂਕਿ ਇਸ ਸਮੇਂ ਰਿਸੈਸ਼ਨ ਦਾ ਸਾਹਮਣਾ ਪੂਰੀ ਦੁਨੀਆ ਕਰ ਰਹੀ ਹੈ। ਕੀ ਕਿਹਾ ਜਾ ਸਕਦਾ ਹੈ ਕਿ ਨੌਕਰੀਆਂ ਛੇਤੀ ਵਾਪਸ ਆ ਸਕਣਗੀਆਂ? I think it's going to be, we're probably going to face more of unemployment rates across the world. So that's the US and India and everywhere in the world, right? But I think with, for example, services like this, a type of platform, it's not even out where we're networking. It's taking you to provide those services. I'm going to give you an example again with Beyond Outsourcing. We provide virtual services, right? ਭਾਵੇਂ ਸਾਨੂੰ cab driver ਚਾਹੀਦਾ ਹੋਵੇ, ਭਾਵੇਂ ਸਾਨੂੰ office boy ਚਾਹੀਦਾ ਹੋਵੇ, ਭਾਵੇਂ ਸਾਨੂੰ IT person ਚਾਹੀਦਾ ਹੋਵੇ. I reach directly out to WSCC, and the platform is there. So getting network already bani hui hai, they get the word out. They tell me, okay, this person really needs a job. Dr. Parmeet Singh has recommended a lot of people. Jasmeet has recommended a lot of people. Jobs chahiye, they lost their job for one reason or another, and they don't have the financial support. So I think this network, I know it's going to be a long way from now. We're going to lose a lot of jobs as this COVID-19 proceeds. I think in the next quarter or two, we're still going to face a lot of unemployment. But I think when we have the support like this, the help companies, sick and Brahman support kar sakiye, I think we will be very strong and we will come out of this pandemic very quickly. ਠੀਕ ਹੈ, ਜਸਮੀਤ ਸਿੰਘ ਜੀ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿਉਂਕਿ ਤੁਸੀਂ ਯੂਥ ਸਕਸੈਸ ਮੈਂਟੋਰ ਵੀ ਹੋ, ਇੱਕ ਮੈਂਟੋਰ ਦੀ ਜ਼ਬਾਨੀ ਜ਼ਰੂਰ ਜਾਣਨਾ ਚਾਹਾਂਗੇ ਕਿਉਂਕਿ ਯੂਥ ਮੈਂਟੋਰ ਜਦੋਂ ਤੋਂ ਸੁਣਦੇ ਨੇ ਤਾਂ ਆਪਣੇ ਅੰਦਰ ਉਹੀ ਗ੍ਰਹਿਣ ਕਰਨ ਦੀ ਕੋਸ਼ਿਸ਼ ਵੀ ਕਰਦੇ ਨੇ। ਸੋ ਲੋਕਾਂ ਨੂੰ ਅੱਜ ਨੌਕਰੀਆਂ ਦੀ ਜ਼ਰੂਰਤ ਹੈ, ਪੈਸਾ ਕਮਾਉਣ ਦੇ ਨਵੇਂ ਆਈਡੀਆਜ਼ ਦੀ ਜ਼ਰੂਰਤ ਹੈ। ਕਿਸ ਤਰ੍ਹਾਂ ਉਹਨਾਂ ਤੱਕ ਤੁਸੀਂ ਪਹੁੰਚ ਕਰੋਗੇ ਜਾਂ ਫਿਰ ਉਹ ਤੁਹਾਡੇ ਤੱਕ ਕਿਸ ਤਰ੍ਹਾਂ ਪਹੁੰਚ ਕਰਨ, ਤੁਹਾਡੀ ਸੁਸਾਇਟੀ ਤੱਕ ਕਿਸ ਤਰ੍ਹਾਂ ਪਹੁੰਚ ਕਰਨ? वलिंदर जी, I would want to share at this point, मैं इस point पे कहना चाहूँगा कि WSCC ने काफी different initiatives लेते हुए ने, ते one of the initiative of WSCC is Sikh Jobs, which is a group within our group, which is working and coordinating with a lot of Sikh youth who would either need a job right now, and employers on the other side who would want to offer these jobs to them, right? ਤੇ ਇੱਕ ਇਨੀਸ਼ੀਏਟਿਵ ਤੇ we have already started, but ਜੇ ਅਸੀਂ ਗੱਲ ਕਰੀਏ of the changing scenario, of the changing environment due to COVID, the most essential right now are the skills, the way you are adapting yourself, ਜਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਅਡੈਪਟ ਕਰ ਰਹੇ ਹੋ, ਰੀਲਰਨ ਕਰ ਰਹੇ ਹੋ, ਅਨਲਰਨ ਕਰ ਰਹੇ ਹੋ ਤੇ ਨਵੀਂ ਚੀਜ਼ਾਂ ਸਿੱਖ ਰਹੇ ਹੋ, that is very important. Now 2-3 things. One, in WSCC we have giants like ਤਿੰਨ ਤੇ ਐਸੀ ਰੂਮ ਚ ਬੈਠੇ ਹੋਏ ਨੇ, ਪਰਮੀਤ ਵੀਰ ਜੀ, ਸ਼ੈਰੀ ਜੀ, ਮਨਦੀਪ ਜੀ. You have such mentors where youth can come and talk to them about their problems and seek guidance. That's number one. Number two, if you talk about networking as a whole, networking is known as an enduring. The art of creating relationships, whether in industry or your family, is an enduring skill. ਇਹਨੂੰ ਇੱਕ skill ਮੰਨਿਆ ਜਾਂਦਾ ਹੈ, right? ਬਿਲਕੁਲ। ਤੇ ਜਦ jobs lose ਹੋ ਰਹੀਆਂ ਨੇ, so many people are now relying on their own ventures, their own entrepreneurships, ਚਾਹੇ ਉਹ ਕੋਈ ਛੋਟਾ ਪ੍ਰੋਜੈਕਟ ਹੋਏ ਜਾਂ ਕੋਈ ਇੱਕ ਵੱਡਾ ਵਿਜ਼ਨ ਹੋਏ, right? WSCC gives this ready platform, to launch your business, in the sense WSCC members are the first people that you can reach out to if you're starting any venture for the ready business or for the early business in your ventures, right? That is amazing amount of features of benefits that WSCC provide to any youth right now. ਬਿਲਕੁਲ ਠੀਕ ਹੈ। ਡਾਕਟਰ ਪਰਮੀਤ, ਅੱਜ ਦੇ ਸਮਾਂ ਦਾ ਉਹ ਸਮਾਂ ਆ ਚੁੱਕਾ ਹੈ, ਸਾਨੂੰ ਹੁਣ ਨਿਊ ਨਾਰਮਲ ਲਾਈਫ ਵਿੱਚ
ਆਣਾ ਪਏਗਾ, ਉਸਨੂੰ ਸਮਝਣਾ ਪਏਗਾ ਔਰ ਉਸਨੂੰ ਅਡਾਪਟ ਵੀ ਕਰਨਾ ਪਏਗਾ। ਜਿਵੇਂ ਮੈਂ ਨਵੇਂ ਆਈਡੀਆਜ਼ ਦੀ ਗੱਲ ਕੀਤੀ ਔਰ ਜਸਮੀਤ ਸਿੰਘ ਜੀ ਨੇ ਬੜਾ ਅੱਛਾ ਉਹਨੂੰ ਇਲੈਬੋਰੇਟ ਵੀ ਕੀਤਾ ਹੈ। ਤੁਹਾਡੇ ਜ਼ਰੀਏ ਮੈਂ ਜਾਣਨਾ ਚਾਹਾਂਗਾ ਕਿ ਨਵੇਂ ਆਈਡੀਆਜ਼ ਦੀ ਕਿਉਂਕਿ ਅੱਜ ਬਹੁਤ ਜ਼ਿਆਦਾ ਵੈਲਿਊ ਹੈ ਔਰ ਉਹਦੀ ਹੀ ਡਿਮਾਂਡ ਮਾਰਕੀਟ ਵਿੱਚ ਹੈ ਕਿ ਕਿਸ ਤਰ੍ਹਾਂ ਪੈਸਾ ਲਿਆਂਦਾ ਜਾਏ, ਨਵੇਂ ਆਈਡੀਆਜ਼ ਨੂੰ ਇੰਪਲੀਮੈਂਟ ਕੀਤਾ ਜਾਏ। ਸੋ ਲੋਕਾਂ ਕੋਲ ਨਵੇਂ ਜਿਹੜੇ ਯੂਥ ਹੈਗੇ ਉਹਨਾਂ ਕੋਲ ਆਈਡੀਆਜ਼ ਹੈਗਾ ਲੇਕਿਨ ਇੰਪਲੀਮੈਂਟੇਸ਼ਨ ਦੀ ਉਹਨਾਂ ਕੋਲ ਜਗ੍ਹਾ ਨਹੀਂ ਹੈ, ਤਾਂ ਕੀ WSCC ਉਹਨਾਂ ਨੂੰ ਇੱਕ ਜਗ੍ਹਾ ਪ੍ਰੋਵਾਈਡ ਕਰੇਗਾ? ਇਸ ਤਰ੍ਹਾਂ ਸਭ ਤੋਂ ਪਹਿਲੇ ਤਾਂ ਨਿਊ ਨਾਰਮਲ ਬਾਰੇ ਮੈਂ ਤੁਹਾਨੂੰ ਜ਼ਿਕਰ ਕਰਨਾ ਚਾਹਾਂਗਾ। ਜਿਵੇਂ ਲਾਕਡਾਊਨ ਤੋਂ ਪਹਿਲੇ ਹੀ ਅਸੀਂ ਵੀ ਜੀ। ਟੈਕਨੋਲੋਜੀ ਇਹਨਾਂ ਨੂੰ ਯੂਜ਼ ਨਹੀਂ ਕਰ ਪਾਉਂਦੇ ਸੀ, ਤੇ ਲਾਕਡਾਊਨ ਹੋਣ ਤੋਂ ਬਾਅਦ ਜਦ ਅਸੀਂ WSCC ਦੀ ਫਾਊਂਡੇਸ਼ਨ ਲੇ ਕਰ ਰਹੇ ਸੀ, ਅਸੀਂ ਸਾਰੀ ਦੀ ਸਾਰੀ ਅਪਡੇਟਡ ਟੈਕਨੋਲੋਜੀ ਨੂੰ ਅਡੈਪਟ ਕੀਤਾ ਕਿ ਕਿਵੇਂ ਅਸੀਂ ਆਨਲਾਈਨ ਬੈਠ ਕੇ 40 ਮੈਂਬਰਸ, 50 ਮੈਂਬਰਸ, 100 ਮੈਂਬਰਸ ਨੂੰ ਇਕੱਠੇ ਇੱਕ ਪਲੇਟਫਾਰਮ ਤੋਂ ਲਿਆ ਕੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨਾਲ ਨੈਟਵਰਕਿੰਗ ਕਰ ਸਕੀਏ। ਤੇ ਸਭ ਤੋਂ ਪਹਿਲੇ ਤਾਂ ਅਸੀਂ ਨਿਊ ਨਾਰਮਲ ਸਿੱਖਿਆ ਕਿ ਘਰ ਬੈਠੇ ਬੈਠੇ ਤੁਸੀਂ ਹੁਣ ਮਨਦੀਪ ਜੀ ਹੈਗੇ ਨੇ, ਉਹ USA ਬੈਠੇ ਨੇ, ਮੈਂ ਦਿੱਲੀ ਬੈਠਾ, तो ਅਸੀਂ ਸਾਡੀ ਜਾਣ ਪਛਾਣ ਕਿਵੇਂ ਬਣੀ? ਨਾ ਮੈਂ ਅਮਰੀਕਾ ਗਿਆ ਨਾ ਉਹ ਦਿੱਲੀ ਆਏ। ਅਸੀਂ ਪਹਿਲੇ ਤਾਂ ਨਿਊ ਨਾਰਮਲ ਸਿੱਖਿਆ ਕਿ ਅਸੀਂ ਆਪਣੀ ਘਰ ਬੈਠੇ ਬੈਠੇ ਲੋਕਾਂ ਨਾਲ ਨੈਟਵਰਕਿੰਗ ਸ਼ੁਰੂ ਕੀਤੀ। ਉਹਦੇ ਬਾਅਦ ਅਸੀਂ ਕੀ ਕੀਤਾ, ਸਾਡੇ ਨਾਲ ਬਹੁਤ ਅਸੀਂ ਕਹਿ ਸਕਦੇ ਹਾਂ ਇੰਡਸਟਰੀਅਲਿਸਟ, ਬਿਜ਼ਨਸਮੈਨ, ਕੋਚਿਸ, ਮੈਂਟਰ ਸਾਡੇ ਨਾਲ ਜੁੜੇ ਹੋਏ ਨੇ। ਅਸੀਂ ਜਿਹੜੇ ਸਾਡੇ ਥੋੜੇ ਜਿਹੇ ਅਸੀਂ ਬਿਲੀਵ ਕਰਦੇ ਹਾਂ ਹੈਂਡ ਹੋਲਡਿੰਗ ਵਿੱਚ। ਜਿਹੜਾ ਇੱਕ ਸਟਰੋਂਗ ਸਿੱਖ ਹੈ ਉਹ ਥੋੜੇ ਜਿਹੇ ਕਮਜ਼ੋਰ ਸਿੱਖ ਦੀ ਹੈਂਡ ਹੋਲਡਿੰਗ ਕਰਦਾ ਹੈ ਜੀ। ਅਸੀਂ ਕੀ ਕੀਤਾ, ਅਸੀਂ ਸੈਸ਼ਨਸ ਲੈਣੇ ਸ਼ੁਰੂ ਕੀਤੇ। ਸਾਡੇ ਨਾਲ CS ਜੁੜੇ ਨੇ, ਸਾਡੇ ਲਾਇਰ ਜੁੜੇ ਨੇ, ਸਾਡੇ ਨਾਲ ਪਬਲਿਕ ਸਪੀਕਿੰਗ ਵਾਲੇ ਜੁੜੇ ਨੇ, ਸਾਡੇ ਨਾਲ ਬਿਜ਼ਨਸਮੈਨ, ਇੰਡਸਟਰੀਜ਼ ਜੁੜੇ ਨੇ। ਉਹਨਾਂ ਨੇ ਸਾਡੇ ਰੈਗੂਲਰ ਵੀਕਲੀ ਮੀਟਿੰਗ ਵਿੱਚ ਉਹਨਾਂ ਨੇ ਆਪਣੇ ਸੈਸ਼ਨ ਲੈਣੇ ਸ਼ੁਰੂ ਕੀਤੇ। ਤੇ ਅਸੀਂ ਇੰਨੇ ਸਾਡੇ ਮੈਂਬਰਸ ਦੇ ਇੰਨੇ ਸਕਿੱਲ ਡਿਵੈਲਪ ਹੋ ਗਏ ਕਿ ਅੱਜ ਉਹ ਸਕਿੱਲ ਉਹਨਾਂ ਦੇ, ਜਿਵੇਂ ਹੁਣ ਲਾਕਡਾਊਨ ਥੋੜਾ ਖੁੱਲਦਾ ਜਾ ਰਿਹਾ, ਉਹਨਾਂ ਨੂੰ ਉਹ ਸਕਿੱਲਸ ਕੰਮ ਆ ਰਹੇ ਨੇ। ਮੈਂ ਖੁਦ ਆਪਣੇ ਸਕਿੱਲਸ ਬੜੇ ਇਨਹੈਂਸ ਕੀਤੇ ਨੇ ਪਿਛਲੇ 6 ਮਹੀਨੇ ਵਿੱਚ। ਸੋ ਅਸੀਂ ਵੀ ਆਰ ਰੀਚਿੰਗ ਅ ਲੈਵਲ ਜਿੱਥੇ ਕਿ ਅਸੀਂ ਨਿਊ ਨਾਰਮਲ ਵਿੱਚ ਆਈ ਜਾ ਰਹੇ ਹਾਂ। ਹੁਣ ਤੁਹਾਡਾ ਮੇਨ ਜਿਹੜਾ ਸਵਾਲ ਸੀ ਯੂਥ ਨੂੰ ਅਸੀਂ ਕਿਵੇਂ ਹੈਂਡ ਹੋਲਡਿੰਗ ਕਰ ਰਹੇ ਨਾ, ਸਾਡੇ ਨਾਲ 22 ਸਾਲ ਤੋਂ ਲੈ ਕੇ ਮਿਨੀਮਮ ਸਾਡੀ ਜਿਹੜੀ ਹੁਣ ਅੱਜ ਯੰਗੈਸਟ ਮੈਂਬਰ ਹੈ 22 ਸਾਲ ਦਾ ਹੈ। ਜਦੋਂ ਨਾ ਸਾਡੇ ਨਾਲ ਜੁੜਿਆ ਹੈਗਾ ਸੀ ਤੇ ਹੀ ਵਾਸ ਨਾਟ ਸ਼ੋਰ ਅਬਾਊਟ ਹਿਸ ਕੈਰੀਅਰ। ਉਹਨੂੰ ਕੌਨਫੀਡੈਂਸ ਨਹੀਂ ਹੈਗਾ ਸੀ ਕਿ ਕਿਵੇਂ ਉਹਨੇ ਗੱਲਬਾਤ ਕਰਨੀ ਹੈ, ਕਿਵੇਂ ਉਹਨੇ ਪਬਲਿਕ ਨੂੰ ਫੇਸ ਕਰਨਾ ਹੈ, ਕਿਵੇਂ ਉਹਨੇ ਨੈਟਵਰਕਿੰਗ ਕਰਨੀ ਹੈ, ਕਿਵੇਂ ਕਈ ਬਿਜ਼ਨਸ ਦੇ ਟ੍ਰੇਟ ਹੁੰਦੇ ਨੇ ਜਿਹੜੇ ਅੱਜ ਅਸੀਂ 25 ਸਾਲ ਹੋ ਗਏ ਸਾਨੂੰ ਕੰਮ ਕਰਦੇ ਹੋਏ, ਅਸੀਂ ਹੁਣ ਜਾ ਕੇ ਸਿੱਖੇ ਨੇ। ਤੇ ਉਹਨੇ ਸਾਡੇ ਨਾਲ ਜਦ ਮੀਟਿੰਗਸ ਅਟੈਂਡ ਕਰਨੀ ਸ਼ੁਰੂ ਕੀਤੀਆਂ ਤੇ ਦੇ ਹੈਵ ਗੇਨਡ ਅ ਲੋਟ ਆਫ ਸੈਲਫ ਕੌਨਫੀਡੈਂਸ। ਹੁਣ ਜਿਵੇਂ ਮੈਨੂੰ ਅਗਰ ਪਬਲਿਕ ਸਪੀਕਿੰਗ ਦਾ ਫੀਅਰ ਹੈਗਾ, ਮੈਂ ਆਥਰ ਸ਼ੈਰੀ ਜੀ ਨੂੰ ਕਿਹਾ ਮੈਨੂੰ ਪਬਲਿਕ ਸਪੀਕਿੰਗ ਬਾਰੇ ਦੱਸੋ। ਹੀ ਮੈਂਟਰਸ ਮੀ ਫॉर ਪਬਲਿਕ ਸਪੀਕਿੰਗ। ਆਥਰ ਸ਼ੈਰੀ ਜੀ ਨੂੰ ਅਗਰ ਕੋਈ ਬਿਜ਼ਨਸ ਬਾਰੇ ਕੋਈ ਇਫ ਹੀ ਨੀਡਸ ਐਨੀ ਹੈਲਪ, ਹੀ ਕਮ ਬੈਕਸ ਟੂ ਮੀ ਦੈਟ ਕਿ ਪਰਮੀਤ ਜੀ ਇਹ ਕਿਵੇਂ ਕਰਨਾ ਹੈ। ਜਸਮੀਤ ਜੀ ਨੂੰ ਕੋਈ ਵੀ ਲੋੜ, ਮੈਨੂੰ ਕੋਈ ਲੋੜ ਹੁੰਦੀ ਹੈ, ਮੇਰੇ ਬੱਚੇ ਦੀ ਸੈਸ਼ਨ ਜਸਮੀਤ ਵੀਰ ਜੀ ਲੈਂਦੇ ਨੇ। ਸੋ ਦਿਸ ਇਜ਼ ਆਲ ਗੋਇੰਗ ਇੰਟਰ। ਅੱਛਾ, ਪਹਿਲੇ ਨਾਰਮਲੀ ਅਸੀਂ ਇੱਕ ਦੂਜੇ ਨਾਲ ਇੰਨੀ ਗੱਲ ਨਹੀਂ ਕਰ ਪਾਉਂਦੇ ਸੀ ਕਿਉਂਕਿ ਹੁਣ ਕੀ ਹੈ ਕਿ ਅਸੀਂ ਇੱਕ ਫੋਨ ਕਾਲ ਅਵੇ, ਇੱਕ WhatsApp ਤੇ ਵੀ ਆਰ ਅਵੇ। ਮੈਨੂੰ ਅਗਰ ਕਦੀ ਕੋਈ ਲੋੜ ਪੈਂਦੀ ਹੈ USA, ਮੈਂ ਮਨਦੀਪ ਜੀ ਨੂੰ ਆਈ ਰੀਚ ਆਊਟ ਟੂ ਹਰ ਕਿ ਮੈਨੂੰ ਫਲਾਣਾ USA ਮੇਰੇ ਕੋਈ ਰਿਸ਼ਤੇਦਾਰ ਹੈਗੇ ਨੇ, ਉਹਨਾਂ ਨੂੰ ਕੋਈ ਹੈਲਪ ਚਾਹੀਦੀ ਹੈ। ਸੋ ਸ਼ੀ ਇਜ਼ देयर फॉर मी। ਸੋ ਦਿਸ ਇਜ਼ ਦਾ ਨਿਊ ਨਾਰਮਲ। ਅਸੀਂ ਘਰ ਬੈਠੇ ਬੈਠੇ ਵੀ ਇਹ ਸਭ ਚੀਜ਼ਾਂ ਕਰ ਸਕਦੇ ਹਾਂ ਜਿਹੜੇ ਕਿ ਅਸੀਂ ਪਹਿਲੇ ਕਦੀ ਸੋਚੀ ਵੀ ਨਹੀਂ ਸੀ ਜੀ। ਔਰ ਇਸੇ ਤਰ੍ਹਾਂ ਅਸੀਂ ਵੀ ਅੱਜ ਉਹੀ ਚੀਜ਼ ਕਰ ਰਹੇ ਹਾਂ ਜੀ, ਤੁਹਾਡੇ ਨਾਲ ਡਿਸਕਸ਼ਨ ਕਰ ਰਹੇ ਹਾਂ, ਡਿਬੇਟ ਕਰ ਰਹੇ ਹਾਂ ਔਰ ਤੁਹਾਡਾ ਇੰਟਰੈਕਸ਼ਨ ਕਰ ਰਹੇ ਹਾਂ ਥਰੂ ਸੋਸ਼ਲ ਨੈਟਵਰਕਿੰਗ। ਔਰ ਇਹੀ ਅੱਜ ਦੀ ਨਿਊ ਨਾਰਮਲ ਲਾਈਫ ਵੀ ਹੈ। ਬਿਲਕੁਲ ਸ਼ੈਰੀ ਜੀ, ਤੁਹਾਡੇ ਤੋਂ ਜਾਣਨਾ ਚਾਹਾਂਗਾ ਕਿਉਂਕਿ ਵੱਖ-ਵੱਖ ਤੁਸੀਂ ਕਾਲਜਸ ਵਿੱਚ, ਯੂਨੀਵਰਸਿਟੀਜ਼ ਵਿੱਚ ਜਾਂ ਹੋਰ ਸੈਮੀਨਾਰਸ ਤੁਸੀਂ ਕੰਡਕਟ ਕੀਤੇ ਨੇ ਔਰ ਲੋਕਾਂ ਨੂੰ ਹਮੇਸ਼ਾ ਹੌਸਲਾ ਦੇਣ ਦੀ ਗੱਲ ਕਰਦੇ ਹੋ। ਪਰ ਜਦੋਂ ਇੱਕ ਅਜਿਹਾ ਸਮਾਂ ਆ ਜਾਂਦਾ ਹੈ ਜਦੋਂ ਲੋਕਾਂ ਦੇ ਸਾਰੇ ਬਿਜ਼ਨਸ ਠੱਪ ਹੋ ਜਾਂਦੇ ਨੇ, ਨੌਕਰੀਆਂ ਚਲੀਆਂ ਜਾਂਦੀਆਂ ਨੇ, ਤਾਂ ਆਪਣੇ ਆਪ ਨੂੰ ਕਿਸ ਤਰ੍ਹਾਂ ਉਹ ਬੂਸਟ ਅਪ ਕਰਨ? ਕਿਉਂਕਿ ਅੱਜ ਦਾ ਟਾਈਮ ਉਹਨਾਂ ਨੂੰ ਦੱਸਣਾ ਬਹੁਤ ਜ਼ਰੂਰੀ ਹੈ ਕਿਉਂਕਿ ਲੋਕ ਨਿਰਾਸ਼ ਹੋ ਕੇ ਘਰ ਵੀ ਬੈਠੇ ਨੇ ਔਰ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਇਹ ਪੈਂਡੈਮਿਕ ਜਿਹੜਾ ਹੈ ਕਦੋਂ ਤੱਕ ਵਾਪਸ ਜਾਏਗਾ ਇਹ ਸਾਡੀ ਜ਼ਿੰਦਗੀ ਤੋਂ। ਐਬਸੋਲੂਟਲੀ। ਦੇਖੋ ਜੀ, ਅਸੀਂ ਇੱਕ ਬਿਜ਼ਨਸ ਪਲੇਟਫਾਰਮ ਹੈਗੇ ਆ। ਵੀ ਆਰ ਬਿਲਡਿੰਗ ਅਪ ਅ ਕਮਿਊਨਿਟੀ ਫॉर ਸਿੱਖ ਪ੍ਰੋਫੈਸ਼ਨਲਸ, ਬਿਜ਼ਨਸਮੈਨ। ਤੇ ਅਸੀਂ 5 ਡਾਇਮੈਂਸ਼ਨਲ ਨੈਟਵਰਕ ਵਰਲਡ ਸਿੱਖ ਚੈਂਬਰ ਆਫ ਕਾਮਰਸ ਵਿੱਚ ਪ੍ਰਮੋਟ ਕਰਨੇ ਹੈਗੇ ਆ ਕਿ ਕੋਈ ਵੀ ਇੰਡੀਵਿਜੂਅਲ ਹੈਗਾ ਅੱਜ ਉਹ ਬਿਜ਼ਨਸ ਵਿੱਚ ਸਟਰਗਲ ਕਰ ਰਿਹਾ, ਉਹਦੇ ਕੋਲ ਬਿਜ਼ਨਸ ਨਹੀਂ ਹੈਗਾ, ਜਾਂ ਕੋਈ ਇੰਡੀਵਿਜੂਅਲ ਹੈ ਜਿਹਨੂੰ ਕਾਰਪੋਰੇਟ ਜੌਬ ਨਹੀਂ ਮਿਲ ਰਹੀ, ਸਭ ਤੋਂ ਪਹਿਲੇ ਆਪਣਾ ਨੈਟਵਰਕ ਵੀ ਇੰਕਰੀਜ਼ ਕਰੋ। ਇਹ ਬਹੁਤ ਜ਼ਰੂਰੀ ਹੈਗਾ। ਐਕਚੁਅਲੀ ਅਗਰ ਮੋਟੀਵੇਸ਼ਨ ਪ੍ਰੈਕਟੀਕਲ ਨਾ ਹੋਏ ਤੇ ਉਹ ਮੋਟੀਵੇਸ਼ਨ ਕਿਸੇ ਕੰਮ ਦਾ ਨਹੀਂ ਹੈਗਾ। ਔਰ ਉਹ ਪ੍ਰੈਕਟੀਕੈਲਿਟੀ ਤਾਂ ਹੀ ਆਉਂਦੀ ਹੈ ਜਦੋਂ ਤੁਸੀਂ ਇੱਕ ਸਿਸਟਮ ਫੋਲੋ ਕਰੋ। ਤੇ WSCC ਦੇ ਵਿੱਚ ਅਸੀਂ ਉਹ ਸਿਸਟਮ ਲਾਉਣ ਦੀ ਕੋਸ਼ਿਸ਼ ਕੀਤੀ ਹੈ
ਔਰ ਬਹੁਤ ਸਾਰੇ ਲੋਕਾਂ ਨੂੰ ਬਿਜ਼ਨਸ ਮਿਲਿਆ ਹੈ, ਬਹੁਤ ਸਾਰੇ ਲੋਕਾਂ ਨੂੰ ਜੌਬ ਵੀ ਮਿਲੀ ਹੈ। ਮੈਂ ਤੁਹਾਨੂੰ ਇਸ ਸਿਸਟਮ ਦੇ ਬਾਰੇ ਇੱਕ ਵਾਰੀ ਥੋੜਾ ਜਿਹਾ ਅਵਗਤ ਕਰਾਉਣਾ ਚਾਹਾਂਗਾ। 5 ਡਾਇਮੈਂਸ਼ਨਲ ਨੈਟਵਰਕ ਬੇਸਿਕਲੀ ਸਭ ਤੋਂ ਪਹਿਲਾਂ ਆਉਂਦਾ ਲੈਂਥ, ਤੁਹਾਡੇ ਨੰਬਰ ਆਫ ਪੀਪਲ, ਤੁਹਾਡੇ ਨੈਟਵਰਕ ਵਿੱਚ ਕਿੰਨੇ ਲੋਕ ਹੈਗੇ ਨੇ। ਫਿਰ ਆਉਂਦਾ ਡੈਪਥ, ਕਿ ਕੁਆਲਿਟੀ ਆਫ ਰਿਲੇਸ਼ਨਸ਼ਿਪ ਕੀ ਹੈਗੀ ਜਿਹੜੇ ਤੁਹਾਡੇ ਨੈਟਵਰਕ ਵਿੱਚ ਲੋਕ ਹੈਗੇ ਨੇ। ਫਿਰ ਆਉਂਦਾ ਤੀਜਾ ਡਾਈਵਰਸਿਟੀ, ਕਿਸ ਤਰ੍ਹਾਂ ਦੇ ਲੋਕ ਹੈਗੇ ਨੇ, ਟੀਚਰਸ ਹੈਗੇ ਨੇ, ਸਪੋਰਟਸ ਪਲੇਅਰਸ ਹੈਗੇ ਨੇ, ਸੀਈਓਜ਼ ਹੈਗੇ ਨੇ, ਸੀਰੀਅਲ ਐਂਟਰਪ੍ਰੀਨਿਓਰਸ ਹੈਗੇ ਨੇ, ਪ੍ਰੋਫੈਸ਼ਨਲਸ ਹੈਗੇ ਨੇ, ਕੋਚਿਸ ਹੈਗੇ ਨੇ। ਚੌਥਾ ਆਉਂਦਾ ਹੈ ਵੈਟਰਨਸ, who can guide you and help you in decision making, ਕਿਉਂਕਿ ਉਹਨਾਂ ਕੋਲ ਤਜਰਬਾ ਬਹੁਤ ਹੁੰਦਾ ਹੈ, ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਕੁਝ ਕੀਤਾ ਹੁੰਦਾ ਹੈ। ਔਰ ਪੰਜਵਾਂ ਆਉਂਦਾ ਪ੍ਰੋਮਿਨੈਂਟ ਪੀਪਲ ਲਾਈਕ ਸੈਲੀਬ੍ਰਿਟੀਜ਼, ਇਨਫਲੂਐਂਸਰਸ, ਟੌਪ ਐਮਐਨਸੀ ਐਗਜ਼ੀਕਿਊਟਿਵ। ਅਗਰ ਇਹ 5 ਡਾਇਮੈਂਸ਼ਨਲ ਨੈਟਵਰਕ ਤੁਹਾਡਾ ਬਣ ਜਾਂਦਾ ਹੈ, ਤੁਹਾਨੂੰ ਮੇਰਾ ਖਿਆਲ ਹੈ ਕੋਈ ਮੋਟੀਵੇਸ਼ਨ ਦੀ ਲੋੜ ਨਹੀਂ, ਤੁਸੀਂ ਬਸ ਇਹਨੂੰ ਫੋਲੋ ਕਰੋ, ਆਪਣਾ ਨੈਟਵਰਕ ਬਿਲਟਅਪ ਕਰੀ ਜਾਓ ਔਰ ਦੇਖੋ ਤੁਹਾਨੂੰ ਕਿੰਨਾ ਬੈਨੀਫਿਟ ਦੇਗਾ। ਦੇਖੋ ਜਿੱਥੇ ਤੁਸੀਂ ਆਪਣੀ ਨੌਲੇਜ ਦੇ ਨਾਲ, ਪੈਸੇ ਦੇ ਨਾਲ ਚੀਜ਼ ਨਹੀਂ ਕਰ ਸਕਦੇ ਨਾ, ਉੱਥੇ ਅਗਰ ਤੁਹਾਡਾ ਇੱਕ ਰੈਫਰੈਂਸ ਤੁਹਾਡੇ ਕੋਲ ਸਟਰੋਂਗ ਹੋਏ ਔਰ ਉਹ ਰੈਫਰੈਂਸ ਤੁਹਾਡੇ ਕੰਮ ਆ ਜਾਏ, ਤੁਹਾਡਾ ਜਿਹੜਾ ਰੁਕਿਆ ਰਸਤਾ ਹੈ ਉਹ ਖੁੱਲ ਜਾਏਗਾ। दैट इज द पावर ऑफ नेटवर्क, योर नेटवर्क इज योर नेटवर्क। ਬਿਲਕੁਲ ਇਹੀ ਸਵਾਲ ਮੈਂ ਮਨਦੀਪ ਜੀ ਤੁਹਾਡੇ ਤੋਂ ਵੀ ਕਰਨਾ ਚਾਹਾਂਗਾ, ਕਿਉਂਕਿ ਅੱਜ ਲੋਕ ਡਰੇ ਹੋਏ ਨੇ, ਸਹਿਮੇ ਹੋਏ ਨੇ, ਫਿਰ ਭਾਵੇਂ ਉਹ ਅਮਰੀਕਾ ਹੋਵੇ, ਕੈਨੇਡਾ ਹੋਵੇ, ਭਾਰਤ ਹੋਵੇ, ਇੰਡੀਆ, ਆਸਟ੍ਰੇਲੀਆ ਹੋਵੇ, ਯੂਕੇ, ਕੋਈ ਵੀ ਹੋਵੇ, ਲੋਕ ਡਰੇ ਹੋਏ ਨੇ, ਸਹਿਮੇ ਹੋਏ ਨੇ। ਕੋਈ ਆਪਣੀ ਨੌਕਰੀ ਜਾਣ ਤੋਂ ਦੁਖੀ ਹੈ ਤਾਂ ਕੋਈ ਆਪਣੇ ਬਿਜ਼ਨਸ ਦੇ ਮੰਦੇ ਹਾਲ ਤੋਂ ਦੁਖੀ ਹੈ। ਕਿਸ ਤਰ੍ਹਾਂ ਉਹਨਾਂ ਦਾ ਹੌਸਲਾ ਵਧਾਇਆ ਜਾ ਸਕਦਾ ਹੈ? I think I agree with Sherry Virji, the fact that अपने network बनाना बहुत जरूरी है। So मैं तो एक example देनी है। I had Milwaukee Public Schools here. They were looking to build a volunteering, just अपने आने वाली tutoring हो सके, but on a volunteering basis. There's no fee. It's free, completely free. I reached out to my network here, and it became very costly. ਜਿਹੜੀ ਆਪਣੀ ਉਹ website ਬਣਾ ਰਹੇ ਸੀ, platform ਬਣਾ ਰਹੇ ਸੀ, it was very costly. So I reached out to WSCC, and ਮੈਨੂੰ ਇੱਕ contact ਮਿਲਿਆ. He's in the professional IT professional field, and ਉਹਨਾਂ ਦੀ ਆਪਣੀ business ਹੈ in India ਵਿੱਚ, and WSCC connected two of us. So now through WSCC, I'm creating this platform, very cost efficient, very low cost, for providing it to Milwaukee Public Schools. So अपनी ਜਿਹੜੀ network है ना, it gives us such a big opportunity to not only support our sixth, but even go on a larger scale. So these are students, K through 12th grade students, ਜਿਨ੍ਹਾਂ ਨੂੰ ਪੜ੍ਹਾਈ ਵਿੱਚ tutoring ਦੀ ਜ਼ਰੂਰਤ ਹੈ. So beyond outsourcing, partnered with WSCC and provided a connection. And now apne Sikh organization in Delhi is going to build this platform for Milwaukee Public Schools in Wisconsin. So that's the beauty of this platform. This is how the community is coming together to help everybody around the world. So I think, as I know that people might be down if they're going to get job lose, they can't financially support their families. But when you see these kind of stories, it gives you such motivation. And I think as people join this platform, they see this and they get the motivation. So I think as WSCC, we need to, as we get our stories out there and we bring people in, they see the hope, they see, okay, opportunities provide kar rahe hai, how can I contribute to that? So I think this is an amazing time for us, not only as Sikhs, but even the larger community to come together and support us. And I think there's a lot of great things that are happening, even though the COVID-19 is taking a toll on everybody. But at the same time, there's a lot of positivity. There's a lot of amazing things that are taking place as well. ਠੀਕ ਹੈ, ਇਹ ਸਵਾਲ ਜਸਮੀਤ ਜੀ ਮੈਂ ਤੁਹਾਡੇ ਤੋਂ ਵੀ ਕਰਨਾ ਚਾਹਾਂਗਾ, ਕਿਉਂਕਿ ਲਗਾਤਾਰ ਲੋਕੀ ਨਿਰਾਸ਼ ਹੋ ਬੈਠੇ ਨੇ ਔਰ ਉਹਨਾਂ ਨੂੰ ਲੱਗ ਰਿਹਾ ਕਿ ਆਉਣ ਵਾਲਾ ਸਮਾਂ ਜਿਹੜਾ ਹੋਏਗਾ ਹੋਰ ਵੀ ਮੁਸ਼ਕਿਲ ਆਉਣ ਵਾਲਾ ਹੈ, ਕਿਉਂਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਮੰਨੀਏ ਤਾਂ ਇਹ ਪੈਂਡੈਮਿਕ ਹਾਲੇ ਇੰਨੀ ਜਲਦੀ ਸਾਡੀ ਲਾਈਫ ਤੋਂ ਜਾਣ ਵਾਲਾ ਨਹੀਂ ਹੈ। ਸਾਨੂੰ ਕੋਰੋਨਾ ਵਾਇਰਸ ਦੀ ਆਦਤ ਪਾ ਲੈਣੀ ਚਾਹੀਦੀ ਹੈ। ਸਾਡੀ ਜ਼ਿੰਦਗੀ ਵਿੱਚ ਇਹ ਇੱਕ ਮਹੱਤਵਪੂਰਨ ਜਗ੍ਹਾ ਬਣਾ ਚੁੱਕਿਆ ਹੈ ਔਰ ਭਾਵੇਂ ਕੋਈ ਸ਼ਖਸ ਇਸ ਦਾ ਸ਼ਿਕਾਰ ਹੋਇਆ ਜਾਂ ਨਹੀਂ ਹੋਇਆ, ਪਰ ਜਦੋਂ ਵੀ ਉਹ ਬਾਹਰ ਨਿਕਲੇਗਾ ਹੋ ਸਕਦਾ ਹੈ ਉਸਨੂੰ ਇਸ ਦਾ ਸਾਹਮਣਾ ਕਰਨਾ ਹੀ ਪਏ। ਸੋ ਕਿਸ ਤਰ੍ਹਾਂ ਉਹਨਾਂ ਨੂੰ ਹੌਸਲਾ ਦਿਓਗੇ ਤੁਸੀਂ? Right. To add what my prominent friends have shared here, Balinder Viji, I think sab to pehla, the most important thing is that you take responsibility of whatever is happening in your life. Ji. That whatever is happening in your life, it is happening because of me, and now I have to take charge and do something about it. Right? We all have to see ki assi kithe ha
ਤੇ ਹੁਣ ਜਿਹੜੀਆਂ ਨਵੀਆਂ ਓਪਰਚੁਨਿਟੀਜ਼ ਖੁੱਲ ਰਹੀਆਂ ਨੇ ਉਹਨਾਂ ਨੂੰ ਹਾਸਲ ਕਰਨ ਵਾਸਤੇ, ਉਹਨਾਂ ਨੂੰ ਪਾਉਣ ਵਾਸਤੇ ਮੈਨੂੰ ਕੀ ਪਰਿਵਰਤਨ ਲਿਆਉਣ ਦੀ ਜ਼ਰੂਰਤ ਹੈ? ਵਾਟ ਇਜ਼ ਦ ਨੀਡ of that change? What is the change that I need to bring in myself to be able to be deserving for that opportunity, which is completely new now, right? Which is what we call as new normal. And networking per se, like I already shared, networking is one of the critical skills to have, right? That you need to have in today's time. People who had strong networks, they would not have problems in finding new jobs, or they are still depending on their networks to get new businesses. And it is the need of the hour that we support each other, be together, support each other, give motivation to each other that I'm by your side, which by the way WSCC playing is a huge role. And we are absolutely committed to the growth of our own members, and we are all having their backs. We are all with them, and this is the way we will sail through this, I feel. ठीक है, इस समय डॉक्टर परमीत जी हम ਤੁਹਾਡੇ ਕੋਲ ਆਵਾਂਗਾ ਕਿ ਅੱਜ ਦਾ ਸਮਾਂ ਇਮਤਿਹਾਨ ਦਾ ਸਮਾਂ ਹੈ, ਪਰ ਇਹ ਇਮਤਿਹਾਨ ਕਿੰਨਾ ਲੰਬਾ ਚੱਲੇਗਾ ਇਹ ਕਿਹਾ ਨਹੀਂ ਜਾ ਸਕਦਾ। ਇਸ ਲਈ ਲੋਕਾਂ ਦਾ ਸਬਰ ਵੀ ਟੁੱਟਦਾ ਵਿਖਾਈ ਦੇ ਰਿਹਾ ਹੈ। ਕਿਸ ਤਰ੍ਹਾਂ ਆਪਣਾ ਸਬਰ ਬਣ ਕੇ ਰੱਖਣ, ਤੁਸੀਂ ਕੀ ਕਹਿਣਾ ਚਾਹੋਗੇ? ਇਸ ਤਰ੍ਹਾਂ ਮੈਂ ਪਹਿਲੀ ਦੀ ਸਾਰੀ ਗੱਲਾਂ ਸੁਣ ਰਿਹਾ ਸੀ। ਸਭ ਤੋਂ ਪਹਿਲੇ ਮੇਰਾ ਹਮੇਸ਼ਾ ਤੋਂ ਇੱਕੋ ਹੀ ਚੀਜ਼ ਮੰਨਣਾ ਹੈ ਕਿ ਮਾਈਂਡਸੈਟ ਇਜ਼ ਦ ਮੇਨ ਥਿੰਗ। ਕੋਵਿਡ ਦੇ ਦੌਰਾਨ ਅਸੀਂ ਦੇਖਿਆ ਕਿ ਲੋਕਾਂ ਨੇ ਕਿੰਨਾ ਲੋਕਾਂ ਨੂੰ ਡਿਪਰੈਸ਼ਨ ਹੋਇਆ, ਲੋਕੀ ਬਿਮਾਰ ਵੀ ਪਏ, ਲੋਕਾਂ ਨੇ ਹੌਸਲਾ ਟੁੱਟਿਆ। ਤੇ ਸਾਡੀ ਇੱਕ ਕਮਿਊਨਿਟੀ ਹੈ, ਅਸੀਂ ਇੱਕ ਤਾਂ ਇੰਨਾ ਵੱਡਾ ਪਲੇਟਫਾਰਮ, ਇੰਨਾ ਵੱਡੀ ਫਾਊਂਡੇਸ਼ਨ, ਅਸੀਂ ਆਰਗੇਨਾਈਜੇਸ਼ਨ ਇसी ਕੋਵਿਡ ਦੇ ਦੌਰਾਨ ਹੀ ਅਸੀਂ ਤਿਆਰ ਕੀਤੀ। ਸੈਕਿੰਡ, ਲੋਕਾਂ ਨੇ ਆਪਣਾ ਟਾਈਮ ਪਾਸ ਕੀਤਾ ਔਨ ਵੇਰੀਅਸ ਸੋਸ਼ਲ ਮੀਡੀਆ ਪਲੇਟਫਾਰਮਸ, ਔਰ ਕੋਈ ਕੁਛ ਪ੍ਰੋਡਕਟਿਵ ਕਰਕੇ ਨਹੀਂ। ਸੋ ਅਸੀਂ ਆਪਣੇ ਪਿਛਲੇ 5 ਮਹੀਨੇ 12 ਤੋਂ ਲੈ ਕੇ 16 ਘੰਟੇ ਕੰਮ ਕੀਤਾ ਹੈ ਫॉर ਦਿਸ ਆਰਗੇਨਾਈਜੇਸ਼ਨ, ਫॉर ਆਵਰ ਕਮਿਊਨਿਟੀ। ਔਰ ਸਾਨੂੰ ਤਾਂ ਪਤਾ ਵੀ ਨਹੀਂ ਲੱਗਿਆ ਕੋਵਿਡ ਕਿੱਥੇ ਚਲਾ ਗਿਆ। ਸਾਡਾ ਮਾਈਂਡਸੈਟ ਇੰਨਾ ਪੋਜ਼ਿਟਿਵ ਹੈਗਾ ਸੀ ਕਿ ਸਾਨੂੰ ਕਦੀ ਸੋਚਣ ਦਾ ਸਾਨੂੰ ਪਤਾ ਹੀ ਨਹੀਂ ਲੱਗਿਆ ਕੋਵਿਡ ਕਿਵੇਂ ਬੀਤ ਗਿਆ। ਸੋ ਅਗਰ ਸਾਡਾ ਮਾਈਂਡਸੈਟ ਸਟਰੋਂਗ ਹੋਏਗਾ ਤੇ ਕੋਵਿਡ ਜਾਂ ਪ੍ਰੀ ਕੋਵਿਡ ਜਾਂ ਪੋਸਟ ਕੋਵਿਡ ਰਿਸੈਸ਼ਨ ਜਾਂ ਕੋਈ ਅੱਛਾ ਸਮੇਂ ਹੋਏਗਾ, ਅਸੀਂ ਉਸ ਨੂੰ ਲੰਘ ਜਾਵਾਂਗੇ। ਸੋ ਅਸੀਂ ਤੇ ਹਮੇਸ਼ਾ ਹੀ ਗੁਰੂ ਸਾਹਿਬ ਤੇ ਬਿਲੀਵ ਕਰਦੇ ਹਾਂ ਤੇ ਹਮੇਸ਼ਾ ਇਹੀ ਸਭ ਨੂੰ ਕਹਿੰਦੇ ਆ ਕਿ ਆਪਣਾ ਮਾਈਂਡਸੈਟ ਨੂੰ ਪੋਜ਼ਿਟਿਵ ਰੱਖੋ, ਹਮੇਸ਼ਾ ਅੱਗੇ ਵਾਸਤੇ ਸੋਚੋ, ਸਮਾਜ ਵਾਸਤੇ ਸੋਚੋ, ਤੁਹਾਨੂੰ ਕਦੀ ਵੀ ਕਦੀ ਪ੍ਰੋਬਲਮ ਨਹੀਂ ਆਏਗੀ। ਤਾਂ ਇਹੀ ਸਾਰੀ ਜਿਹੜੀ ਇਹ ਮੇਰੀ ਵਿਜ਼ਨ ਜਾਂ ਸਾਡੀ ਟੀਮ ਦੀ ਵਿਜ਼ਨ ਹੈ, ਮੈਂ ਸਭ ਨਾਲ ਹਮੇਸ਼ਾ ਸ਼ੇਅਰ ਕਰਦਾ ਕਿ ਔਖੇ ਟਾਈਮ ਨੂੰ ਭੁੱਲ ਜਾਓ। ਅੱਛਾ ਟਾਈਮ ਨਹੀਂ ਰਿਹਾ ਤੇ ਔਖਾ ਟਾਈਮ ਔਖਾ ਟਾਈਮ ਵੀ ਚਲਾ ਜਾਏਗਾ ਤੇ ਅਸੀਂ ਦੁਬਾਰਾ ਆਪਣੇ ਬੈਕ ਟੂ ਨਾਰਮਲ ਹੋ ਜਾਵਾਂਗੇ। ਹਾਂ, ਉਹ ਨਾਰਮਲ ਅਸੀਂ 2 ਮਹੀਨੇ ਬਾਅਦ ਹੋਈਏ, 1 ਮਹੀਨੇ ਬਾਅਦ ਹੋਈਏ ਜਾਂ ਅਗਲੇ ਸਾਲ ਹੋਈਏ, ਇਹ ਟਾਈਮ ਵੀ ਸਾਡਾ ਨਿਕਲ ਜਾਏਗਾ। ਜੀ ਬਿਲਕੁਲ, ਪਰ ਡਾਕਟਰ ਪਰਮੀਤ ਜੀ, ਜਿੰਨਾ ਤੁਸੀਂ ਆਸਾਨੀ ਨਾਲ ਕਹਿ ਰਹੇ ਹੋ, ਇਹ ਸ਼ਾਇਦ ਆਸਾਨੀ ਨਾਲ ਪ੍ਰੈਕਟੀਕਲੀ ਇਸ ਨੂੰ ਇੰਪਲੀਮੈਂਟ ਕਰਨਾ ਇੰਨਾ ਸੌਖਾ ਨਹੀਂ ਹੈ, ਕਿਉਂਕਿ ਲਗਾਤਾਰ ਲੋਕਾਂ ਨੂੰ ਜਦੋਂ ਪੈਸਾ ਨਹੀਂ ਮਿਲਦਾ ਔਰ ਉਹਨਾਂ ਨੇ ਹਰ ਰੋਜ਼ ਰੋਟੀ ਵੀ ਖਾਣੀ ਹੈ 3 ਵਕਤ ਦੀ, ਤਾਂ ਉਹ ਰੋਟੀ ਕਮਾਣੀ ਬੜੀ ਔਖੀ ਹੋ ਜਾਂਦੀ ਹੈ ਔਰ ਪ੍ਰੈਕਟੀਕਲੀ ਇਸ ਨੂੰ ਦੇਖਿਆ ਜਾਏ ਤਾਂ ਇੰਪਲੀਮੈਂਟ ਕਰਨਾ ਬਹੁਤ ਔਖਾ ਹੋ ਜਾਂਦਾ ਹੈ। ਸ਼ਹਿਰੀ ਸਾਹਿਬ, ਇੱਥੇ ਇਹੀ ਮੈਂ ਤੁਹਾਡੇ ਤੋਂ ਵੀ ਸਵਾਲ ਕਰਾਂਗਾ, ਕਿਉਂਕਿ ਲਗਾਤਾਰ ਲੋਕਾਂ ਵਿੱਚ ਨੈਗੇਟਿਵਿਟੀ ਜਿਹੜੀ ਹੈ ਬਹੁਤ ਜ਼ਿਆਦਾ ਆਉਂਦੀ ਜਾ ਰਹੀ ਹੈ, ਉਸ ਤੋਂ ਪੋਜ਼ਿਟਿਵ ਵਾਈਬ੍ਰੇਸ਼ਨਸ ਵਿੱਚ ਬਦਲਣਾ ਕਾਫੀ ਔਖਾ ਵੀ ਹੈ। ਲੋਕ ਹੌਸਲਾ ਜ਼ਰੂਰ ਦਿੰਦੇ ਨੇ ਪਰ ਉਹ ਪ੍ਰੈਕਟੀਕਲੀ ਕਰਨਾ ਬੜਾ ਔਖਾ ਹੋ ਜਾਂਦਾ ਹੈ। ਪਬਲਿਕ ਸਪੀਕਿੰਗ ਕੋਚ ਦੇ ਹੈਸੀਅਤ ਦੇ ਨਾਲ, ਉਸੀ ਸੋਚ ਦੇ ਨਾਲ ਤੁਹਾਡੇ ਤੋਂ ਅਸੀਂ ਜਾਣਨਾ ਚਾਹਾਂਗੇ ਪੋਜ਼ਿਟਿਵ ਵਾਈਬ੍ਰੇਸ਼ਨਸ ਲੋਕਾਂ ਵਿੱਚ ਕਿਸ ਤਰ੍ਹਾਂ ਲਿਆਈਆਂ ਜਾ ਸਕਦੀਆਂ? ਬਹੁਤ ਅੱਛਾ ਸਵਾਲ ਪੁੱਛਿਆ ਤੁਸੀਂ, ਔਰ ਐਕਚੁਅਲੀ ਇਹਦੀ ਬਹੁਤ ਲੋੜ ਹੈਗੀ ਇਸ ਟਾਈਮ। ਪੋਜ਼ਿਟਿਵ ਵਾਈਬ੍ਰੇਸ਼ਨਸ ਵਾਸਤੇ ਤੁਸੀਂ ਸਭ ਤੋਂ ਪਹਿਲੇ ਜਿਵੇਂ ਮਾਈਂਡਸੈਟ ਦੀ ਗੱਲ ਕੀਤੀ ਡਾਕਟਰ ਪਰਮੀਤ ਨੇ, ਮਾਈਂਡਸੈਟ ਇਜ਼ ਵਟ ਸੈਪਰੇਟਸ ਦ ਬੈਸਟ ਫਰਮ ਦ ਰੈਸਟ। ਤੇ ਅਗਰ ਤੁਸੀਂ ਮਾਈਂਡਸੈਟ ਤੇ ਕੰਮ ਕਰੋਗੇ, ਕਿਉਂਕਿ ਯੂਅਰ ਮਾਈਂਡਸੈਟ ਡਰਾਈਵਸ ਯੂ, ਤੇ ਮੈਂ ਉਸੇ ਗੱਲ ਤੇ ਬੋਲਣਾ ਚਾਹਾਂਗਾ। ਸਭ ਤੋਂ ਪਹਿਲਾਂ ਤੇ ਤੁਸੀਂ ਰੀਡਿੰਗ ਸ਼ੁਰੂ ਕਰੋ, ਕਿਤਾਬਾਂ ਪੜ੍ਹੋ। ਬਹੁਤ ਸਾਰੀ ਅੱਛੀਆਂ ਪਰਸਨੈਲਿਟੀ ਡਿਵੈਲਪਮੈਂਟ ਦੀ ਬੁੱਕਸ ਹੈਗੀਆਂ ਨੇ, ਬਿਜ਼ਨਸ ਦੀ ਬੁੱਕਸ ਹੈਗੀਆਂ ਨੇ, ਬਹੁਤ ਸਾਰੀ ਇਸ ਤਰ੍ਹਾਂ ਦੀ ਬੁੱਕਸ ਹੈਗੀਆਂ ਨੇ ਜਿਹਦੇ ਵਿੱਚ ਮੋਟੀਵੇਸ਼ਨਲ ਸਟੋਰੀਜ਼ ਹੈਗੀਆਂ ਨੇ। ਉਹ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰੋ। ਦ ਨੰਬਰ 1 suggestion which I want to give to create positive vibration is read good books. And the second suggestion which I want to give is start surrounding yourself with positive like-minded people. ਜਿਹੜੇ ਨੈਗੇਟਿਵ ਪੀਪਲ ਹੈਗੇ ਨੇ ਉਹਨਾਂ ਨਾਲ ਗੱਲ ਕਰਨਾ ਘੱਟ ਕਰ ਦਿਓ ਔਰ ਹੌਲੇ ਹੌਲੇ ਉਹਨਾਂ ਨੂੰ ਹਟਾ ਦਿਓ।
ਪੋਜ਼ਿਟਿਵ ਲੋਕਾਂ ਨਾਲ ਜਿੰਨਾ ਤੁਸੀਂ ਗੱਲ ਕਰੋਗੇ ਉਹਨਾਂ ਦਾ ਸੋਚਣ ਦਾ ਜਿਹੜਾ ਮੈਂਟਲ ਪੈਟਰਨ ਡਿਫਰੈਂਟ ਹੁੰਦਾ ਹੈ। ਉਹ ਤੁਹਾਨੂੰ ਹਰ ਚੀਜ਼ ਵਿੱਚ ਆਪਟੀਮਿਸਟਿਕ ਗੱਲ ਕਰਨਗੇ। ਤੁਸੀਂ ਗੱਲ ਨੈਗੇਟਿਵ ਵੀ ਕਰੋਗੇ ਤਾਂ ਵੀ ਉਹ ਤੁਹਾਨੂੰ ਕੁਝ ਆਪਟੀਮਿਸਟਿਕ ਹੀ ਦੱਸਣਗੇ। ਤੇ ਸਰਾਊਂਡ yourself with like-minded people who are very positive and who have aspiration in life, ਜਿਨ੍ਹਾਂ ਦਾ ਵਿਜ਼ਨ ਹੈਗਾ ਕੋਈ। ਐਂਡ ਥਰਡਲੀ ਟੇਕ ਮੈਸਿਵ ਐਕਸ਼ਨ। ਅਗਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਸਭ ਕੁਝ ਪੜ੍ਹ ਲਿਆ ਸਿੱਖ ਲਿਆ ਲੇਕਿਨ ਐਕਸ਼ਨ ਨਹੀਂ ਲਿੱਤਾ ਨਾ ਤੇ ਉਹਦਾ ਕੋਈ ਫਾਇਦਾ ਨਹੀਂ ਹੈ। ਤੇ ਇਹ ਤਿੰਨ ਚੀਜ਼ਾਂ ਤੋਂ ਤੁਸੀਂ ਫੋਲੋ ਕਰ ਲੋਗੇ, ਰੀਡ ਗੁੱਡ ਬੁੱਕਸ, surround yourself with positive people, and thirdly take massive action, that I'm sure you will be able to create lot of positive vibration, not only for you, for your family and for the community. ਠੀਕ ਹੈ ਜਸਮੀਤ ਜੀ, ਇਸ ਇਹਨਾਂ ਗੱਲਾਂ ਨਾਲ ਤੁਸੀਂ ਇਤਫਾਕ ਰੱਖਦੇ ਹੋ ਕਿਉਂਕਿ ਜਿੰਨੀ ਗੱਲਾਂ ਸੋਹਣੀਆਂ ਲੱਗ ਰਹੀਆਂ ਨੇ ਸੁਣਨ ਵਿੱਚ ਉਸ ਨੂੰ ਇੰਪਲੀਮੈਂਟ ਕਰਨਾ ਉਨਾ ਹੀ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਸਾਡੇ ਨਾਲ ਆਸ-ਪਾਸ ਇੰਨੇ ਲੋਕ ਜੁੜੇ ਹੁੰਦੇ ਨੇ ਉਹਨਾਂ ਵਿੱਚ ਨੈਗੇਟਿਵਿਟੀ ਬਹੁਤ ਜ਼ਿਆਦਾ ਹੁੰਦੀ ਹੈ। ਸੋ ਸਾਨੂੰ ਇਹ ਸੋਚਣ ਦੇ ਮਜਬੂਰ ਕਰਦਾ ਵਾਕਈ ਇਹ ਗੱਲ ਹੋਏਗੀ ਜਾਂ ਨਹੀਂ ਹੋਏਗੀ, ਕਿਉਂਕਿ ਮੈਂ ਤਾਂ ਪੋਜ਼ਿਟਿਵ ਜਾ ਰਿਹਾ ਪਰ ਲੇਕਿਨ ਜਦੋਂ ਚਾਰ ਬੰਦੇ ਮੈਨੂੰ ਮਿਲ ਜਾਂਦੇ ਉਹ ਨੈਗੇਟਿਵ ਵੱਲ ਲੈ ਜਾਂਦੇ ਨੇ ਤਾਂ ਮੇਰੀ ਪੋਜ਼ਿਟਿਵ ਵਾਈਬ੍ਰੇਸ਼ਨਸ ਵੀ ਨੈਗੇਟਿਵ ਬਣ ਜਾਂਦੀਆਂ ਨੇ। ਕੀ ਕਹੋਗੇ ਐਜ਼ ਅ ਮੈਂਟਰ? But I will definitely second Cherry Virji here. I think it is only the power of knowledge that can bring you out of darkness. Every gal shayad theory lagegi, but if you will see Sikhism like that, or the teaching of our gurus like that, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਹਾਂ ਜੋ ਕਿ ਗਿਆਨ ਦਾ ਇੱਕ ਬਹੁਤ ਵੱਡਾ ਸਾਗਰ ਹੈ as we call it, right? And it is only the knowledge about yourself, the knowledge about the time, the knowledge about your life, the knowledge about these productive people is something that can bring us out of this darkness, right? ਤੇ ਉਹ ਐਕਸ਼ਨ ਤਾਂ ਲੈਣੇ ਹੀ ਪੈਣੇ ਹੈ, right? ਅਸੀਂ ਕਿਸੇ ਵੀ ਸਟੇਜ ਤੇ ਹੋਈਏ ਅੱਜ, maybe we are starting from point zero. I think one thing that COVID has done, it has leveled everyone out, right? ਅਸੀਂ ਸਭ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਐਸਪੈਕਟ zero to start करना है, शुरुआत करनी है, right? It is only this aspect of knowledge which can bring us out of this darkness is what I feel. So I will definitely but massive actions like Cherry Viji shared, massive action on yourself, on developing yourself and making yourself deserving of the opportunities. ਬਿਲਕੁਲ ਠੀਕ ਹੈ। ਔਰ ਕੋਰੋਨਾ ਵਾਇਰਸ ਵਿੱਚ ਸਭ ਤੋਂ ਟੌਪ ਨੰਬਰ ਤੇ ਇਸ ਸਮੇਂ ਅਮਰੀਕਾ ਚੱਲ ਰਿਹਾ ਮਨਦੀਪ ਕੌਰ ਜੀ। ਸੋ ਔਰ ਭਾਵੇਂ ਅਸੀਂ ਕਿ ਭਾਰਤ ਵਿੱਚ ਦੀ ਗੱਲ ਕਰਦੇ ਭਾਰਤ ਵੀ ਹੌਲੀ ਹੌਲੀ ਉਸ ਪਹਿਲੇ ਪਾਇਦਾਨ ਤੇ ਆਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ, ਜਿਵੇਂ ਕਿ ਲੋਕੀ ਜਿਹੜੇ ਨੇ ਇੰਨੇ ਸੁਚੇਤ ਨਹੀਂ ਹੈ ਕਿ ਕੋਵਿਡ ਤੋਂ ਕਿਸ ਤਰ੍ਹਾਂ ਦੂਰ ਰੱਖਿਆ ਜਾਏ, ਆਪਣੇ ਆਪ ਨੂੰ ਬਚਾਇਆ ਜਾਏ। ਸੋ ਐਜ਼ ਏ ਅਮਰੀਕਨ ਹੋਣ ਦੇ ਨਾਤੇ ਤੁਸੀਂ ਕੀ ਕਹਿਣਾ ਚਾਹੋਗੇ, ਕਿੰਨੀ ਕੁ ਪੋਜ਼ਿਟਿਵ ਵਾਈਬ੍ਰੇਸ਼ਨ ਤੁਹਾਡੇ ਅੰਦਰ ਹੈਗੀ? I think as Americans, I think we have a lot of positivity and we're really, really resilient through all this. People are helping each other in different ways, whether we're, for example, here in Milwaukee, we had a lot of volunteering events. We were helping the elderly, the needed essentials. But like everybody said, that it's all about the mindset, putting yourself in the proper mindset, but at the same time, putting it into play as well. So another example, again, I'm giving you an example that one of our employees was diagnosed with obviously COVID-19. He became positive, and what our organization did was we separated him. We got him a separate apartment in India to separate him from his family because we didn't want him to expose everybody else in the family to the virus as well, right? So one step we took was separated him from the family, got him a separate apartment, all paid for by the company. And the other was his wife. She was working in an environment, it wasn't a safe environment. She was getting very little minimum pay, but she was exposing herself to a lot of negativity, a lot of virus exposure as well. So we took her and we offered her a job in our office. So these little things, they're very tiny, but as Sikhs, as we think, as we move forward, that okay, this mindset is not only for us, but how can we implement it in our employees, in our friends, in our family, see where the need is and help them wherever possible. So I think with the U.S., I think we are doing a great job in helping each other. There's a lot of nonprofit organizations here are stepping up to help each other, the elderly, for example, I gave you before with the students, our organization is stepping up and helping the students because the school year is going to start. They started schools, the process is we're on a virtual classes coming out, right? And most of these students, they don't know how to use the virtual facilities, right?
ਸੋ ਉਹਨਾਂ ਨੂੰ ਟ੍ਰੇਨਿੰਗ ਦੇਣੀ, ਉਹਨਾਂ ਲਈ ਪਲੇਟਫਾਰਮ ਬਣਾਉਣੀ, ਉਹਨਾਂ ਲਈ tutoring, availability, to make the tutoring available, right? And so our organizations like WSCC and Beyond Outsourcing are partnering in this, time of need to give these solutions to the larger community. So it's not only about talk, but positive thinking mindset. That's very important, but we have to put it in action. And I think WSCC has done a tremendous job in making that happen. And not only in India, but also in the US as well. ठीक, डॉक्टर परमीत जी, एक आखिरी सवाल तौर पर करना चाहूंगा कि किस तरह कोई शख्स ਤੁਹਾਡੀ सोसाइटी ਨਾਲ जुड़ सकता है, की कुछ करना पेगा ਉਹਨੂੰ, मैं किस तरह जुड़ सकता ਤੁਹਾਡੀ सोसाइटी ਨਾਲ? ਦਿਓ ਤੇ ਸਾਡੀ ਵੈਬਸਾਈਟ ਹੈ www.wscc.in। ਤੁਸੀਂ ਉਸ ਤੇ ਜਾਓਗੇ, ਉੱਥੇ ਇੱਕ ਜੁਆਇਨ ਅਸ ਦਾ ਇੱਕ ਫਾਰਮ ਹੈ, ਤੁਸੀਂ ਉਹਨੂੰ ਫਿਲ ਕਰੋ। ਸਾਡੀ ਕੋਰ ਟੀਮ ਤੁਹਾਡਾ ਪ੍ਰੋਫਾਈਲ ਚੈੱਕ ਕਰੇਗੀ ਔਰ ਸਾਨੂੰ ਅਗਰ ਤੁਸੀਂ ਸੂਟੇਬਲ ਲੱਗੇ, ਵੈਸੇ ਅਗਰ ਸਿੱਖ ਹੋ ਤੇ ਤੁਸੀਂ 99% ਸੂਟੇਬਲ ਹੋ, ਔਰ ਅਗਰ ਤੁਸੀਂ ਕੰਮਕਾਜ ਕਰਦੇ ਹੋ ਤੇ ਤੁਸੀਂ ਸਾਡੇ ਨਾਲ ਜੁਆਇਨ ਕਰ ਸਕਦੇ ਹੋ। ਜਿਹੜਾ ਕਿ ਤੁਸੀਂ ਦੋਨੋਂ ਹੀ ਕਰਦੇ ਹੋ, ਸੋ ਤੁਸੀਂ ਸਾਡੀ ਸੰਸਥਾ ਜੁਆਇਨ ਕਰ ਸਕਦੇ ਹੋ। ਸਾਡੀ ਟੀਮ ਤੋਂ ਤੁਹਾਨੂੰ ਆਫੀਸ਼ੀਅਲ ਇਨਵਾਈਟ ਆਏਗਾ and you would be added to our WhatsApp group, and ਤੁਹਾਨੂੰ ਬਕਾਇਦਾ ਸਾਰੇ messages invites regular ਆਣੇ ਸ਼ੁਰੂ ਹੋ ਜਾਣਗੇ। and we have a backend team right in India, so ਜੋ ਇਹ ਸਾਰਾ ਕੰਮ ਦੇਖ ਰਹੀ ਹੈ। ਤੇ ਕੋਈ ਇਹਦੀ ਕੋਈ ਫੀਸ ਵੀ ਹੈ ਐਨੂਅਲੀ ਜਾਂ ਮੰਥਲੀ, ਕੋਈ ਫੀਸ ਵੀ ਹੈ ਇਹਦੀ? ਹੁਣੇ ਇਸ ਪੈਂਡੇਮਿਕ ਵਿੱਚ ਫੀਸ ਅਸੀਂ ਕੋਈ ਫੀਸ ਨਹੀਂ ਰੱਖੀ ਹੋਈ। ਅਸੀਂ ਆਪਣਾ ਖੁਦ ਪੂਲ ਕਰਕੇ ਇਹ ਸਭ ਵੇਵ ਆਫ ਕੀਤੀ ਹੋਈ ਹੈ, ਆਪਣੇ ਦਸਵੰਧ ਤੋਂ ਇਹ ਸਭ ਚਲਾ ਰਹੇ ਹਾਂ, ਕਿਉਂਕਿ ਹੁਣੇ ਇਸ ਟਾਈਮ ਤੇ ਕਿਸੇ ਤੇ ਅਸੀਂ ਬੋਝ ਨਹੀਂ ਪਾਉਣਾ ਚਾਹੁੰਦੇ। ਮੇਬੀ ਨੈਕਸਟ ਇਨ ਕਮਿੰਗ ਮੰਥਸ ਅਸੀਂ ਸ਼ੁਰੂ ਕਰ ਸਕਦੇ ਹਾਂ, ਪਰ ਹੁਣੇ ਫਿਲਹਾਲ ਨਹੀਂ। ਚਲੋ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ ਮਨਦੀਪ ਕੌਰ ਜੀ, ਡਾਕਟਰ ਪਰਮੀਤ ਜੀ, ਜਸਮੀਤ ਜੀ ਔਰ ਸ਼ਹਿਰੀ ਆਥਰ ਸ਼ਹਿਰੀ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਆਪਣਾ ਕੀਮਤੀ ਸਮਾਂ ਦੇਣ ਦੇ ਲਈ। ਔਰ ਉਮੀਦ ਕਰਦੇ ਹਾਂ ਕਿ ਵਰਲਡ ਸਿੱਖ ਚੈਂਬਰ ਆਫ ਕਾਮਰਸ ਜੀ ਸੰਸਥਾ ਜਿਹੜੀ ਹੈ ਆਪਣੀ ਬੁਲੰਦੀਆਂ ਤੇ ਛੋਏ ਔਰ ਜ਼ਰੂਰ ਸਿੱਖਾਂ ਦਾ ਨਾਮ ਰੋਸ਼ਨ ਕਰੇ, ਔਰ ਜਿਸ ਸੋਚ ਨਾਲ ਇਹ ਬਣਾਈ ਗਈ ਹੈ, ਜਿਸ ਪੈਂਡੇਮਿਕ ਵਿੱਚ ਇਹ ਬਣਾਈ ਗਈ ਹੈ, ਉਹ ਸਕਸੈਸਫੁਲ ਹੋਏ। ਬਹੁਤ ਬਹੁਤ ਸ਼ੁਕਰੀਆ। ਜੇਕਰ ਤੁਸੀਂ ਨਜ਼ਰੀਆ ਪ੍ਰੋਗਰਾਮ ਬਾਰੇ ਕੋਈ ਆਪਣੀ ਸਲਾਹ ਦੇਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਕੋਈ ਮੇਰੇ ਨਾਲ ਕੰਟੈਕਟ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਮੇਰਾ ਫੋਨ ਨੰਬਰ ਤੁਸੀਂ ਨੋਟ ਕਰ ਸਕਦੇ ਹੋ। ਮੇਰਾ ਫੋਨ ਨੰਬਰ ਹੈ +1 209 275 3038। ਮੇਰਾ ਈਮੇਲ ਐਡਰੈਸ ਹੈ info@cktimetv.com ਅਤੇ ਫੇਸਬੁੱਕ ਰਾਹੀਂ ਵੀ ਤੁਸੀਂ ਸਾਨੂੰ ਆਪਣੇ ਸੁਝਾਅ ਭੇਜ ਸਕਦੇ ਹੋ, ਮੈਸੇਜ ਭੇਜ ਸਕਦੇ ਹੋ। ਮੇਰਾ ਫੇਸਬੁੱਕ ਆਈਡੀ ਹੈ @ਬਲਵਿੰਦਰ ਆਫੀਸ਼ੀਅਲ। ਸੋ ਬਹੁਤ ਬਹੁਤ ਸ਼ੁਕਰੀਆ ਬਲਵਿੰਦਰ ਸਿੰਘ ਵਿਰਮਾਨੀ ਦੇ ਨਾਲ ਨਜ਼ਰੀਆ ਪ੍ਰੋਗਰਾਮ ਵਿੱਚ ਜੁੜਨ ਦੇ ਲਈ। ਧੰਨਵਾਦ।